ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556602071। ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫ੍ਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 5406560985 ਤੇ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ये MPI ਅਪਰੂਵਡ ਨੇ और हाँ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 ਜਾਂ ਫਿਰ ਕਾਲ ਕਰੋ 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556602071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਵਕਤ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਵਾਸ਼ਿੰਗਟਨ ਫਰੇਟ ਸਰਵਿਸ, ਜਿਹੜੀ ਸੈਟਲ ਏਰੀਆ ਲਈ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਤੁਹਾਡੇ ਲਈ ਡਿਸਪੈਚ ਕਰਦੇ ਨੇ। ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਸਾਡੇ ਸਿਆਸਤਦਾਨਾਂ ਦੀ। ਜਦੋਂ ਸਿਕਿਉਰਿਟੀਆਂ ਵੀ ਚਾਹੀਦੀਆਂ ਨੇ, ਬੁਲਟ ਪ੍ਰੂਫ ਗੱਡੀਆਂ ਵੀ ਚਾਹੀਦੀਆਂ, ਹੈਲੀਕਾਪਟਰ ਵੀ ਚਾਹੀਦੇ ਹੈ, ਸਾਰਾ ਕੁਛ ਹੁੰਦਾ। ਹੁਣ ਇਹ ਲੋਕ ਬੜੇ ਆਮ ਜਿਹੇ ਵਿਚਾਰੇ ਜਿਹੇ ਬਣਨੇ ਸ਼ੁਰੂ ਹੋ ਗਏ ਨੇ। ਕੋਈ ਗੋਲ ਗੱਪੇ ਖਾ ਰਿਹਾ, ਕੋਈ ਆਪਣਾ ਪੂੜੀਆਂ ਤਲ ਰਿਹਾ, ਕੋਈ ਜਲੇਬੀਆਂ ਕੱਢ ਰਿਹਾ ਹੈ।
ਬਿਲਕੁਲ ਜੀ। ਔਰ ਸੋਸ਼ਲ ਮੀਡੀਆ ਤੇ ਲੋਕ ਮਜ਼ਾਕ ਵੀ ਉਡਾਉਂਦੇ ਆ ਤੇ ਸਵਾਦ ਵੀ ਲੈਂਦੇ। ਦੇਖੋ ਗੱਲ ਇਹ ਹੈ ਕਿ ਜਦੋਂ ਅਸੀਂ ਸਿਆਸਤਦਾਨਾਂ ਦੀ ਗੱਲ ਕਰਦੇ ਹਾਂ, ਸਿਆਸਤਦਾਨ ਜਦੋਂ ਲੋਕਾਂ ਕੋਲੇ ਵੋਟਾਂ ਮੰਗਣ ਜਾਂਦੇ ਹੈ ਜੀ, ਸਮਝ ਲਓ ਵੀ ਐਤਕੀ ਥੋੜ੍ਹਾ ਜਿਹਾ ਲੰਬਾ ਹੋ ਗਿਆ ਕੰਮ। 7-8 ਮਹੀਨੇ ਪਹਿਲਾਂ ਹੀ ਕੰਪੇਨ ਸ਼ੁਰੂ ਹੋ ਗਈ ਹੈ ਜੀ। ਪਹਿਲਾਂ ਇਹ ਹੁੰਦਾ ਸੀ ਕਿ ਆਖਰੀ 2 ਮਹੀਨੇ ਸਿਆਸਤਦਾਨ ਲੋਕਾਂ ਜਾਂਦੇ ਹੁੰਦੇ ਸੀ। ਉਦੋਂ ਬੜੇ ਵਿਚਾਰੇ ਜੇ ਬਣ ਕੇ ਇਸ ਤਰ੍ਹਾਂ ਕਰਕੇ ਜੀ ਅਸੀਂ ਤੁਹਾਡੇ ਸੇਵਾਦਾਰਾਂ ਤੇ ਤੁਹਾਡੇ ਜੋਗੇ ਹੀ ਹਾਂ ਜੀ। ਬਾਅਦ ਦੇ ਵਿੱਚ ਜਦੋਂ ਸੱਤਾ 'ਚ ਆ ਜਾਂਦੇ ਆ ਤੇ ਫਿਰ ਕੀ ਹੁੰਦਾ, ਲੋਕ ਜਾਂਦੇ ਆ ਕਿ ਜੀ ਅਸੀਂ ਜਦ ਸਾਡੇ ਚੁਣੇ ਹੋਏ ਨੁਮਾਇੰਦੇ ਉਹਨਾਂ ਨੂੰ ਮਿਲ ਜਾਣਾ ਹੈ। ਤੇ ਉਸ ਵੇਲੇ ਤੁਹਾਨੂੰ ਪਤਾ ਗਨਮੈਨ ਘਰ ਦੇ ਨੇੜੇ ਨਹੀਂ ਫੜਕਣ ਦਿੰਦੇ ਤੇ ਉੱਥੇ ਇੱਕ ਨਵੀਂ ਐਕਸਪਲਾਟੇਸ਼ਨ ਸ਼ੁਰੂ ਹੋ ਜਾਂਦੀ ਹੈ ਜੀ, ਕਿ ਜਿਹਨੇ ਮੰਤਰੀ ਨੂੰ ਮਿਲਣਾ ਹੈ, MLA ਨੂੰ ਮਿਲਣਾ ਹੈ, ਮੁੱਖ ਮੰਤਰੀ ਨੂੰ ਮਿਲਣਾ ਹੈ, ਉਹਨੂੰ ਪਹਿਲਾਂ ਉਹਦੀ ਜਿਹੜੀ ਸੁਰੱਖਿਆ ਕਵਚ ਹੈ ਉਹਦੇ ਚਮਚੀਗਿਰੀ ਮਾਰਨੀ ਉਹਦੇ ਵਿੱਚ ਸੇਧ ਲਾਉਣੀ ਪੈਂਦੀ ਹੈ। ਮੇਰੇ ਯਾਦ ਹੈ ਇੱਕ ਰਿਟਾਇਰਡ ਪੁਲਿਸ ਅਫਸਰ ਨਾਲ ਮੇਰੀ ਗੱਲ ਹੋਈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਕਿਹਾ ਜਾਂਦਾ ਕਿ ਪ੍ਰਕਾਸ਼ ਸਿੰਘ ਬਾਦਲ ਈਜ਼ੀਲੀ ਅਪਰੋਚੇਬਲ ਸੀ। ਇਹਨਾਂ ਤੱਕ ਆਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਸੀ, ਜੇ ਕੋਈ ਬੰਦਾ ਮਿਲਣਾ ਚਾਹੇ ਤਾਂ ਮਿਲ ਸਕਦਾ ਸੀ ਜੀ। ਬਾਦਲ ਸਾਹਿਬ ਦੀ ਸਿਕਿਉਰਿਟੀ ਦੇ ਵਿੱਚ ਜਿਹੜਾ ਬੰਦਾ ਲੱਗਿਆ ਅਫਸਰ ਸੀ, ਉਹ ਰਿਟਾਇਰ ਹੋ ਗਿਆ। ਉਹ ਮੈਨੂੰ ਕਹਿੰਦਾ ਵੀ ਅਸੀਂ ਫੈਸਲਾ ਕਰਦੇ ਹੁੰਦੇ ਸੀ ਕਿ ਬਾਦਲ ਸਾਹਿਬ ਨੂੰ ਮਿਲੇ ਕਿ ਕੌਣ ਨਾ ਮਿਲੇ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਫੈਸਲਾ ਕਰਨ ਵਾਲੇ ਕੌਣ? ਬਾਦਲ ਸਾਹਿਬ ਤਾਂ ਸੰਗਤ ਦਰਸ਼ਨ ਕਰਦੇ ਆ ਲੋਕਾਂ 'ਚ। ਉਹ ਤਾਂ ਜਾ ਕੇ ਲੋਕਾਂ ਨੂੰ ਕਹਿੰਦੇ ਆਓ ਵੀ ਆਪਣੇ ਦੁੱਖ ਤਕਲੀਫਾਂ ਦੱਸੋ। ਮੈਨੂੰ ਕਹਿੰਦਾ ਇਹ ਵੀ ਭੁਲੇਖੇ 'ਚੋਂ। ਅੱਛਾ ਜੀ। ਮੈਂ ਕਿਹਾ ਕੀ ਹੈ? ਕਹਿੰਦੇ ਜਦੋਂ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ, ਸੰਗਤ ਨੂੰ ਮਿਲਣਾ ਕਿਹੜੀ ਨੂੰ ਹੈ ਉਹ ਅਸੀਂ ਡਿਸਾਈਡ ਕਰਦੇ। ਨਾ ਉਹਦਾ ਫੈਸਲਾ ਅਕਾਲੀ ਦਲ ਵੱਲੋਂ ਹੁੰਦਾ ਸੀ। ਅੱਛਾ ਜੀ। ਕਿ ਫਲਾਣੇ ਪਿੰਡ ਦੇ ਵਿੱਚ ਪੰਚਾਇਤ ਕਾਂਗਰਸੀ ਹੈ ਤੇ ਕਾਂਗਰਸ ਦੀ ਪੰਚਾਇਤ ਨੂੰ ਤਾਂ ਨੇੜੇ ਨਹੀਂ ਆਉਣ ਦੇਣਾ। ਉੱਥੇ ਆਪਣੇ ਬੰਦੇ ਕਿਹੜੇ ਕਿਹੜੇ ਸ਼ਨਾਖਤ ਉਹਨਾਂ ਦੀ ਕਰ ਲਓ। ਹਲਕਾ ਇੰਚਾਰਜ ਜਾਂ ਹਲਕੇ ਦਾ MLA ਉਹ ਸ਼ਨਾਖਤ ਕਰਦਾ, ਉਹਨਾਂ ਬੰਦਿਆਂ ਨੂੰ ਮੌਜੂਦ ਬੰਦੇ ਬਣਾ ਕੇ ਮੂਹਰੇ ਕੀਤਾ ਜਾਂਦਾ। ਫਿਰ ਇੱਕ ਨਵੀਂ ਗੱਲ ਦੱਸੀ, ਕਹਿੰਦੇ ਵੀ ਜਿੱਥੇ ਪੰਚਾਇਤਾਂ ਵਿਰੋਧੀ ਧਿਰਦੀਆਂ ਜੀ ਉੱਥੇ ਯੂਥ ਕਲੱਬ ਬਣਾਤੇ। ਇਹ ਵੀ ਬੜਾ ਕੰਮ ਚੱਲਿਆ ਸੀ। ਤੇ ਯੂਥ ਕਲੱਬਾਂ ਵਾਲਿਆਂ ਨੂੰ ਮੂਹਰੇ ਬਹਾ ਦੇਣਾ। ਤੇ ਬਾਦਲ ਸਾਹਿਬ ਨੇ ਹਾਂ ਵੀ ਦੱਸੋ ਤੁਹਾਡਾ ਕੀ ਹੈ। ਪਹਿਲਾਂ ਹੀ ਜਿਹੜੀਆਂ ਡਿਮਾਂਡਸ ਹੁੰਦੀਆਂ ਸੀ, ਡਿਮਾਂਡਸ ਬਾਰੇ ਜਿਹੜਾ ਹੈਗਾ ਗਰਾਊਂਡ ਵਰਕ ਹੋਇਆ ਹੁੰਦਾ ਸੀ। MLA ਨੇ ਵੀ ਇੱਥੇ ਦੀਆਂ ਆਹ ਡਿਮਾਂਡਸ ਆ, ਉਹ ਸਾਰੀਆਂ ਜਿਹੜੀਆਂ ਬਾਦਲ ਸਾਹਿਬ ਨੂੰ ਦੇ ਦਿੱਤੀਆਂ ਜਾਂਦੀਆਂ। ਬਾਦਲ ਸਾਹਿਬ ਨੂੰ ਕੀ ਦੇ ਦਿੱਤੀਆਂ? ਸੰਬੰਧਿਤ ਅਫਸਰਾਂ ਨੂੰ ਦਿੱਤੀਆਂ ਜਾਂਦੀਆਂ। ਅਫਸਰ ਉਹਦੇ ਮੁਤਾਬਕ ਚੈੱਕ ਵਗੈਰਾ ਬਣਾ ਕੇ ਸਾਰਾ ਕੁਛ ਲੈ ਕੇ ਤੇ ਉੱਥੇ ਪਹੁੰਚ ਜਾਂਦੇ। ਤੇ ਫਿਰ ਬਾਦਲ ਸਾਹਿਬ ਕਹਿੰਦੇ ਹਾਂ ਬਈ ਮੰਗੋ ਕੀ ਹੈ। ਆਪਦੀ ਪੰਚਾਇਤ ਆ ਤਾਂ ਪੰਚਾਇਤ ਵਾਲੇ ਨੇ ਕਹਿਣਾ ਜੀ ਆਹ ਚੀਜ਼ ਦੇ ਦਿਓ। ਦੇ ਤਾਂ ਭਾਈ, ਹੋਰ ਮੰਗ ਲਓ, ਇਹ ਤਾਂ ਥੋੜੇ ਹੈ, ਆ ਲਓ ਮੈਂ ਥੋੜੇ ਜਿਹੇ ਵਧਾ ਦਿੰਦਾ, ਕੱਟ ਦਿਓ ਜੀ ਚੈੱਕ ਕੱਟ ਦਿੰਦੇ। ਜੇ ਪੰਚਾਇਤ ਆਪਦੀ ਨਹੀਂ ਤੇ ਯੂਥ ਕਲੱਬ ਵਾਲਿਆਂ ਨੂੰ ਕਹਿੰਦਾ, ਨਹੀਂ ਤਾਂ ਜਿਹੜੇ ਫਿਰ ਮੋਹਤਵਰ ਬੰਦੇ ਹੈ ਉਹਨਾਂ ਮੋਹਤਵਰ ਬੰਦਿਆਂ ਨੇ ਕਰਨਾ। ਦਾਨੇ ਵਾਲੀਆ ਸਾਹਿਬ ਸਵਾਲ ਇਹ ਪੈਦਾ ਹੁੰਦਾ ਕਿ ਸੰਗਤ ਦਰਸ਼ਨ ਦੇ ਦੌਰ ਦੇ ਵਿੱਚ ਜਿੰਨਾ ਪੈਸਾ ਪੰਜਾਬ ਦੇ ਵਿੱਚ ਲੱਗਿਆ ਰੋੜਿਆ ਕਹਿ ਸਕਦੇ ਹਾਂ ਆਪਾਂ। ਜੇ ਉਹਦਾ ਆਡਿਟ ਹੋ ਜੇ, ਜੇ ਉਹਦੀ ਪੜਤਾਲ ਹੋ ਜੇ ਤਾਂ ਉਸ ਪੜਤਾਲ ਦੇ ਨਾਲ ਬਹੁਤ ਸਾਰੇ ਅਫਸਰ ਉਹਦੇ ਵਿੱਚ ਇਨਵੋਲਵ ਹੁੰਦੇ ਆ ਜਾਂਦੇ, ਕਿਉਂਕਿ ਚੀਫ ਮਿਨਿਸਟਰ ਨੇ ਦਸਤਖਤ ਕਦੇ ਆਪ ਨਹੀਂ ਕੀਤੇ ਹੁੰਦੇ ਚੈੱਕਾਂ ਤੇ, ਅਫਸਰ ਕਰਦੇ। ਪਰ ਮੇਰੇ ਯਾਦ ਹੈ ਵੀ ਬਾਦਲ ਸਾਹਿਬ ਨੇ ਇੱਕ ਗੱਲ ਕਹੀ ਸੀ ਪੰਜਾਬ ਦੀ ਵਿਧਾਨ ਸਭਾ 'ਚ ਕਾਂਗਰਸੀਆਂ ਨੂੰ ਐਡਰੈਸ ਕਰਦਿਆਂ ਜਦੋਂ ਆਪੋਜੀਸ਼ਨ 'ਚ ਹੁੰਦੇ ਸੀ ਕਿ ਆਪਾਂ ਇੱਕ ਦੂਜੇ ਨਾਲ ਲੜੀ ਜਾਂਦੇ ਆ। ਇਹ ਤਾਂ ਕਦੇ ਅਫਸਰ ਇੱਕ ਦੂਜੇ ਦੇ ਖਿਲਾਫ ਹੋਏ? ਇਹ ਸਮੂਥਲੀ ਚੱਲਦੇ। ਔਰ ਜਿਹੜੇ ਅਫਸਰ ਉਸ ਵੇਲੇ ਸੀ ਹੁਣ ਵੀ ਲਗਭਗ ਉਹੀ ਹੈ। ਉਹਨਾਂ ਫਾਈਲਾਂ ਨੂੰ ਕੋਈ ਨਹੀਂ ਚੱਕਦਾ, ਉਹਨਾਂ ਤੇ ਕੋਈ ਨਹੀਂ ਦਾ। ਖੈਰ ਉਹ ਅਫਸਰ ਦੀ, ਪੁਲਿਸ ਅਫਸਰ ਦੀ ਗੱਲ ਹੋਈ। ਮੈਂ ਕਿਹਾ ਵੀ ਜੇ ਇਹਨਾਂ ਲੋਕਾਂ ਨੇ ਫਿਰ ਚੰਡੀਗੜ੍ਹ ਮਿਲਣ ਵਾਸਤੇ ਆਉਣਾ ਹੋਵੇ, ਉਹਦਾ ਚੰਡੀਗੜ੍ਹ ਵੀ ਉਹ ਅਕਾਲੀ ਲੀਡਰ ਮਿਲਣਗੇ ਜਿਹੜਿਆਂ ਨਾਲ ਜਿਨ੍ਹਾਂ ਦੀ ਸਾਡੇ ਨਾਲ ਸਾਬ ਸਲਾਮ। ਕਈ ਵਾਰੀ ਕਹਿੰਦਾ ਅਸੀਂ ਬਣਾ ਲੈਂਦੇ ਸੀ ਵੀ ਆਹ ਬਹੁਤ ਵੱਡਾ ਖੱਬੀ ਖਾਨ ਹੈ, ਲਓ ਜੀ ਇਹਨੂੰ ਨਹੀਂ ਬਣਨ ਦੇਣਾ। ਉਹ ਕਹਿੰਦੇ ਵੀ ਆਲੇ ਦੁਆਲੇ ਕੋਠੀ ਦੇ ਗੇੜੇ 'ਚ ਕੱਟਦਾ ਫਿਰਦਾ ਹੁੰਦਾ ਸੀਗਾ ਤੇ ਅਸੀਂ ਐ ਹੁੱਜਾ ਮਾਰ ਲੈਂਦੇ ਵੀ ਨਾ ਐ ਨਹੀਂ ਬਿਲਕੁਲ। ਫਿਰ ਕਹਿੰਦਾ ਦੇਖ ਲੈਂਦੇ ਵੀ ਮੈਨੂੰ ਨਾਲ ਲਏ ਲੰਬੀ ਹਲਕੇ ਦੇ ਕਿੱਲਿਆਂ ਵਾਲੀ ਤੋਂ ਕੋਈ ਬੰਦੇ ਉਹਨਾਂ ਨੇ ਕਹਿੰਦੇ ਵੀ ਆਹ ਬੰਦੇ ਗਏ ਅਸੀਂ ਰੋਕੇ। ਜਦੋਂ ਕਹਿੰਦਾ ਕਿੱਲਿਆਂ ਵਾਲੀ ਤਾਂ ਉਹਨਾਂ ਦੀ ਆਪਦੀ ਸੀ। ਹਾਂ ਕਹਿੰਦੇ ਜਦੋਂ ਲੇਲੜੀਆਂ ਕੱਢਦੇ ਵੀ ਜਾ ਵੜਨ ਦਿਓ ਯਾਰ, ਜਾ ਵੜਨ ਦਿਓ। ਫਿਰ ਕਹਿੰਦਾ ਅਸੀਂ ਲੱਤ ਹੇਠ ਦੀ ਟਪਾਉਂਦੇ ਵੀ ਮੰਨਦੇ ਹੋ ਸਾਡੀ ਦੀ ਵੀ ਕੋਈ ਤਾਕਤ ਹੈਗੀ? ਕਹਿੰਦੇ ਹਾਂਜੀ ਮੰਨਦੇ ਆ, ਲਓ ਚਲੋ ਮਿਲ ਲਓ। ਜੇ ਬਾਦਲ ਸਾਹਿਬ ਦੀ ਹਾਲਤ ਇਹ ਸੀ ਤੇ ਫਿਰ ਬਾਕੀਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ। ਚਲੋ ਅੱਗੇ ਆ ਜਾਈਏ ਥੋੜਾ ਜਿਹਾ ਆਪਾਂ ਜੀ। ਹੁਣ ਬਣੀ ਹੋਈ ਹੈ ਕਾਂਗਰਸ ਸਰਕਾਰ। ਕਾਂਗਰਸ ਸਰਕਾਰ ਦਾ ਜਿਹੜਾ ਮੈਨੀਫੈਸਟੋ ਆਇਆ ਸੀ ਜੀ, ਉਹ ਮੈਨੀਫੈਸਟੋ ਕੀ ਕਹਿੰਦਾ ਸੀ? ਉਹ ਕਹਿੰਦੇ ਸੀ VIP ਕਲਚਰ ਖਤਮ। VIP ਕਲਚਰ ਖਤਮ ਹੋਊਗਾ ਜੀ, ਕੋਈ ਹੂਟਰ ਨਹੀਂ ਬਚੂਗਾ, ਕੋਈ ਡੰਡੇ ਨਹੀਂ ਮਾਰੂਗਾ, ਕੋਈ ਕੁਛ ਨਹੀਂ ਕਰੂਗਾ। ਆਰਾਮ ਨਾਲ ਜਿਹੜੇ ਮੰਤਰੀ MLA ਲੋਕਾਂ 'ਚ ਆਉਣਗੇ, ਲੋਕਾਂ 'ਚ ਵਿਚਰਨਗੇ। ਪਰ ਹੁਣ ਹੂਟਰ ਵੀ ਉਵੇਂ ਹੀ ਵੱਜਦੇ ਫਿਰਦੇ
ਤੇ VIP ਕਲਚਰ ਦਾ ਖਾਤਮਾ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਝੰਡੀ ਜੀ ਨੇ ਲਈ ਸੀ ਜੀ, ਉਹ ਲਈ ਸੀ ਆਮ ਆਦਮੀ ਪਾਰਟੀ ਵਾਲੇ ਨੇ ਬਿਲਕੁਲ ਲਈ। ਕਿ ਜੀ ਅਸੀਂ ਨਹੀਂ, ਅਸੀਂ ਤਾਂ ਦੇਖੋ ਕੇਜਰੀਵਾਲ ਵੀ ਆਰਾਮ ਨਾਲ ਹੀ ਰਹਿੰਦੇ ਤੇ ਹੁਣ ਦਾਨੇਵਾਲੀਆ ਸਾਹਿਬ ਇੱਥੇ ਦੀ ਹਾਲਤ ਕੀ ਹੈ। ਆਮ ਆਦਮੀ ਪਾਰਟੀ ਵਾਲੇ MLA ਵੀ ਇਸ ਗੱਲ ਤੇ ਲੜੀ ਜਾਂਦੇ ਵੀ ਸਾਡੇ ਕੋਲੇ ਪੁਰਾਣੀਆਂ ਗੱਡੀਆਂ ਸਾਨੂੰ ਨਵੀਆਂ ਦਿਓ। ਉਹਦਾ ਸ਼ੁਰੂ ਤੋਂ ਪਹਿਲੇ ਦਿਨ ਹੀ ਟੱਕਰ ਪਈ ਸੀ ਉਹਦਾ। ਹਾਂ ਜੀ, ਹੁਣ ਵੀ ਗੱਡੀਆਂ ਦੇ ਵਿੱਚ ਲੈਣ ਦੇਣ ਦੇ ਮਾਮਲੇ ਦੇ ਵਿੱਚ 2-3 ਮਹੀਨੇ ਦਾ ਰਹਿ ਗਏ ਤੇ ਅਜੇ ਵੀ ਲਈ ਜਾਂਦੀ ਹੈ। ਉਹਨਾਂ ਦੇ ਨਾਲ ਵੀ ਗਨਮੈਨ ਚੱਲਦੇ ਆ, ਉਹਨਾਂ ਦੇ ਵੀ ਹੂਟਰ ਵੱਜਦੇ, ਸਾਰਾ ਕੁਛ ਉਹ ਚੱਲਦਾ ਹੈ। ਪਰ ਹੁਣ ਚੋਣਾਂ ਦਾ ਦੌਰ ਆ ਗਿਆ ਜੀ। ਚੋਣਾਂ ਦੇ ਦੌਰ ਦੇ ਵਿੱਚ ਆਪਾਂ ਫੇਰ ਦੇਖੀਏ, ਤੁਸੀਂ ਜਲੇਬੀਆਂ ਦੀ ਗੱਲ ਕਰ ਲਈ। ਕਈ ਵਾਰੀ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਗਏ, ਗੋਲਕੀਪਰ ਬਣ ਗਏ ਜੀ, ਖੇਡਣ ਲੱਗ ਗਏ। ਤੇ ਹੁਣ ਸਾਡੇ ਜਿਹੜੇ ਹੈਗੇ ਸਾਬਕਾ ਸੁਖਬੀਰ ਬਾਦਲ ਜੀ ਫੁੱਟਬਾਲ ਖੇਡਣ ਲੱਗ ਗਏ। ਤੇ ਆ ਹੁਣ ਮੈਂ ਦੇਖ ਰਿਹਾ ਸੀ ਅਰਵਿੰਦ ਕੇਜਰੀਵਾਲ, ਭਾਂਡੇ ਨਵੇਂ ਨੇ ਸਟੀਲ ਦੇ ਚਮਕਦੇ, ਤੇ ਘਰੇ ਬੈਠੇ ਆ ਕੀ ਕਹਿੰਦੇ ਆ ਆਪਣੇ ਆਟੋ ਰਿਕਸ਼ਾ ਡਰਾਈਵਰ ਦੇ ਉੱਥੇ ਰੋਟੀਆਂ ਖਾਈ ਜਾਂਦੇ। ਉਹ ਕਹਿੰਦਾ ਜੀ ਮੇਰੇ ਨਾਲ ਪੱਗ ਹੀ ਵਟਾ ਲਓ, ਕਹਿੰਦਾ ਮੈਨੂੰ ਭਰਾ ਹੀ ਬਣਾ ਲਓ। ਨਹੀਂ, ਇੱਥੇ ਵੀ ਰੌਲਾ ਪੈ ਗਿਆ। ਹੁਣ ਆ ਵੀ ਰੌਲਾ ਪੈ ਗਿਆ ਨਾ ਕਿ VIP ਜਿਹੜੇ ਹੈਗੇ ਆ ਬੰਦੇ, ਉਹ ਆਪ ਜਿਹੜੇ ਖਾਸ ਬੰਦੇ, ਉਹ ਆਮ ਕਿਵੇਂ ਬਣਦੇ। ਸਿਆਸਤਦਾਨ ਆਪਣੀ ਗੱਲ ਉੱਥੇ ਹੀ ਆਉਂਦੀ ਹੈ ਨਾ। ਜਿਹੜੀ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਚੀਫ ਦੀ ਗੱਲ ਕਰਦੇ ਹੋ ਜੀ, ਕਨਵੀਨਰ ਸਾਹਿਬ ਦੀ, ਕੇਜਰੀਵਾਲ ਸਾਹਿਬ ਦੀ। ਕੇਜਰੀਵਾਲ ਸਾਹਿਬ ਜਦੋਂ ਪੰਜਾਬ 'ਚ ਆਉਂਦੇ, ਆਮ ਆਦਮੀ ਪਾਰਟੀ ਹਰਕਤ 'ਚ ਉਦੋਂ ਹੀ ਆਉਂਦੀ ਹੈ। ਉਦੋਂ ਬਿਨਾਂ ਤਾਂ ਠੰਡੇ ਹੀ ਹੁੰਦੇ। ਉਦੋਂ ਪਹਿਲਾਂ ਮਤਲਬ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਬਸੰਤੀ ਪੱਗਾਂ ਸਭ ਲਪੇਟ ਕੇ ਰੱਖੀਆਂ ਹੁੰਦੀਆਂ, ਉਦੋਂ ਫਿਰ ਉਹ ਕੱਢ ਲੈਂਦੇ ਆ, ਕਿਉਂਕਿ ਕਿਸੇ ਨੂੰ ਇਹ ਪਤਾ ਹੀ ਨਹੀਂ ਵੀ ਅਸੀਂ ਕਰਨਾ ਕੀ, ਇਹ ਕਰਨ ਦਿੱਤਾ ਹੀ ਨਹੀਂ ਜਾਂਦਾ। ਪਹਿਲਾਂ ਵੀ ਜੇ ਆਪਾਂ ਗੱਲ ਕਰੀਏ, ਮੈਂ ਇੱਕ ਸੀਨੀਅਰ ਜਰਨਲਿਸਟ ਨੂੰ ਸੁਣਿਆ ਜੀ, ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਦੀ ਜਦੋਂ ਐਨ ਪੂਰੀ ਚੜ੍ਹਾਈ ਸੀ ਵੀ ਸਾਡੀ ਸਰਕਾਰ ਬਣਦੀ ਹੈ, ਸਰਕਾਰ ਨਾ ਬਣੀ, ਤਾਂ ਕਹਿੰਦੇ ਵੀ ਫਿਰ ਆਮ ਆਦਮੀ ਪਾਰਟੀ ਵਾਲੇ ਆਏ ਤੇ ਉਹਨਾਂ ਨੇ ਕਹਿੰਦੇ ਯਾਰ ਗੱਲ ਇਹ ਵੀ ਅਸੀਂ ਇੰਨੀਆਂ ਗਲਤੀਆਂ ਕਰ ਰਹੀਆਂ ਸੀ ਪਿਛਲੀ ਵਾਰੀ, ਜੇ ਉਹਨਾਂ ਗਲਤੀਆਂ ਦੇ ਉੱਤੇ ਕੋਈ ਲਿਖਣਾ ਚਾਹੇ ਤਾਂ ਕਿਤਾਬ ਲਿਖੀ ਜਾ ਸਕਦੀ। ਬਿਲਕੁਲ। ਤੇ ਐਤਕੀ ਅਸੀਂ ਕਹਿੰਦੇ ਬਣਾਵਾਂਗੇ ਜੀ, ਆਪਦੀ ਸਰਕਾਰ ਬਣਾਵਾਂਗੇ। ਤੇ ਸੀਨੀਅਰ ਜਰਨਲਿਸਟ ਜਿਹੜੇ ਪੱਤਰਕਾਰ ਸਾਹਿਬ ਕਹਿੰਦੇ ਵੀ ਹੁਣ ਇਹ ਲੱਗਦੀ ਹੈ ਵੀ ਐਡੀਸ਼ਨ ਹੀ ਬਦਲਣ ਵਾਲੀ ਗੱਲ ਹੈ ਜੀ, ਕਿ 2017 ਦੀ ਬਜਾਏ 2022 ਦਾ ਐਡੀਸ਼ਨ ਆ ਗਿਆ। ਗਲਤੀਆਂ ਉਦੋਂ ਵੀ ਵੱਡੀਆਂ ਕੀਤੀਆਂ ਜਾ ਰਹੀਆਂ। ਜਦੋਂ ਕੇਜਰੀਵਾਲ ਸਾਹਿਬ ਆਉਂਦੇ, ਉਹ ਕਹਿੰਦੇ ਵੀ ਕੀ ਕਰਾਂਗੇ। ਕੇਜਰੀਵਾਲ ਸਾਹਿਬ ਆ ਕੇ ਇੱਥੇ ਕੁਛ ਨਹੀਂ ਕਹਿੰਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ, ਉਹ ਆਪਣੇ ਆਪ ਨੂੰ ਪੇਸ਼ ਕਰਦੀ ਹੈ ਕਿ ਜੀ ਅਸੀਂ ਹੈਗੇ। ਕੋਈ ਵੀ ਪ੍ਰੋਗਰਾਮ, ਕੋਈ ਵੀ ਏਜੰਡਾ ਜਿਹੜਾ ਹੈਗਾ, ਆਮ ਤੌਰ ਦੇ ਉੱਤੇ ਜਿਹੜਾ ਕੋਈ ਪਾਰਟੀ ਦਾ ਏਜੰਡਾ ਹੁੰਦਾ, ਉਹ ਪਾਰਟੀ ਦਾ ਪ੍ਰਧਾਨ ਅਨਾਉਂਸ ਕਰਦਾ। ਲੇਕਿਨ ਪਾਰਟੀ ਪ੍ਰਧਾਨ ਦੀ ਬਜਾਏ ਕੇਜਰੀਵਾਲ ਸਾਹਿਬ ਆਪ ਅਨਾਉਂਸ ਕਰਦੇ। ਮੈਂ 1-2 ਦਿਨ ਪਹਿਲਾਂ ਇੱਥੇ ਇੱਕ ਜਲਸਾ ਹੋਇਆ ਸੀ ਆਪਣੇ ਗੁਆਂਢ ਦੇ ਵਿੱਚ ਹੀ ਆਮ ਆਦਮੀ ਪਾਰਟੀ ਦਾ, ਮੈਂ ਉਸ ਜਲਸੇ 'ਚ ਚਲਾ ਗਿਆ। ਦੇਖਿਆ ਮੈਂ ਤੇ ਜਲਸੇ ਦੇ ਮਗਰਲੇ ਪਾਸੇ ਜਿਹੜਾ ਮਾਟੋ ਲੱਗਿਆ ਸੀ ਜੀ, ਉਸ ਮਾਟੋ ਤੇ ਲਿਖਿਆ ਕਿ ਐਤਕੀ ਅਰਵਿੰਦ ਕੇਜਰੀਵਾਲ ਦੇ ਨਾਂ ਦੇ ਉੱਤੇ ਵੀ ਤੁਸੀਂ ਵੋਟ ਪਾਓ। ਵੋਟ ਜਿਹੜੀ ਹੈ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਨਾਂ ਤੇ ਨਹੀਂ, ਪਰਸਨੈਲਿਟੀ ਨੂੰ ਡਿਵੈਲਪ ਕੀਤਾ ਜਾ ਰਿਹਾ। ਔਰ ਪਰਸਨੈਲਿਟੀ ਨੂੰ ਡਿਵੈਲਪ ਕਰਨ ਦਾ ਮਤਲਬ ਹੈ ਕਿ ਕਿਹੜਾ ਪੰਜਾਬ ਦੇ ਚੀਫ ਮਿਨਿਸਟਰ ਬਣੋ ਤੇ ਫਿਰ ਪ੍ਰਧਾਨ ਮੰਤਰੀ ਵਾਲੇ ਪਾਸੇ ਨੂੰ ਤੁਰਾਂਗੇ। ਇਹ ਗੱਲ ਇਹਨਾਂ ਨੇ ਇੱਕ ਵਾਰੀ ਵਾਰਾਣਸੀ ਤੋਂ ਵੀ ਚੋਣ ਲੜ ਕੇ ਦੇਖੀ। ਖੈਰ, ਹੁਣ ਇਹ ਕਿ ਉਹ ਆ ਕੇ ਕੋਈ ਨਾ ਕੋਈ, ਪਹਿਲਾਂ ਸੀ ਜੀ ਬਿਜਲੀ ਸਸਤੀ ਦੇਵਾਂਗੇ ਜੀ, ਉਹਨਾਂ ਨੇ ਉਹ ਕਮਿਟਮੈਂਟ ਕਰ ਲਈ, ਵਾਅਦਾ। ਲਓ ਜੀ ਅਸੀਂ ਤੁਹਾਡੇ ਨਾਲ ਵਾਅਦਾ ਕਰ ਲਿਆ, ਗਰੰਟੀ ਜੀ, ਇੱਕ ਗਰੰਟੀ ਕਰ ਲਈ, 2 ਜਦੋਂ ਆਉਂਦੇ ਇੱਕ ਦੀ ਗਰੰਟੀ ਕਰ ਜਾਂਦੇ। ਲਓ ਜੀ ਹੁਣ ਉਹਨਾਂ ਨੇ ਇੱਕ ਗਰੰਟੀ ਕਰਨੀ ਸੀ, ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਸੀ ਲੁਧਿਆਣੇ ਜੀ। ਲੁਧਿਆਣੇ ਕਹਿੰਦੇ ਅਸੀਂ ਜਿਹੜੇ ਆਟੋ ਚਾਲਕ ਹੈਗੇ ਆ, ਆਟੋ ਰਿਕਸ਼ਾ ਚਾਲਕ ਹੈ, ਉਹਨਾਂ ਦੇ ਨਾਲ ਕੇਜਰੀਵਾਲ ਸਾਹਿਬ ਨੇ ਗੱਲ ਕਰਨੀ ਸੀ ਜੀ। 10 ਦਿਨ ਪਹਿਲਾਂ ਪ੍ਰੋਗਰਾਮ ਬਣਿਆ ਔਰ ਡਿਊਟੀਆਂ ਲਾ ਦਿੱਤੀਆਂ ਗਈਆਂ ਵੀ ਆਪਾਂ ਭਾਈ ਇਹ ਸਾਰਾ ਇਕੱਠ ਕਰਨਾ, ਵੱਡਾ ਇਕੱਠ ਕਰਨਾ, ਤੇ ਉਹਦੇ ਵਿੱਚ ਆਪਾਂ ਆਪਣੀ ਜਿਹੜੀ ਹੈਗੀ ਅਗਲੀ ਗਰੰਟੀ ਦੇਣੀ ਹੈ। ਉਹ ਗਰੰਟੀ ਦੇਣ ਵਾਸਤੇ ਪੂਰੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਇੰਟੈਲੀਜੈਂਸ ਵਾਲਿਆਂ ਨੂੰ ਤੁਹਾਨੂੰ ਪਤਾ ਵੀ ਮਗਰ ਫਿਰਦੇ ਹੁੰਦੇ ਵੀ ਕੀ ਗੱਲ ਕਰਦੇ, ਤੇ ਗੱਲ ਪਹੁੰਚ ਗਈ ਚੰਡੀਗੜ੍ਹ ਚੰਨੀ ਸਾਹਿਬ ਕੋਲੇ ਵੀ ਪਹੁੰਚ ਗਈ। ਤੇ ਚੰਨੀ ਸਾਹਿਬ ਹੋਰੀ ਕੱਲ ਲੁਧਿਆਣੇ ਆਏ ਸੀ, ਪਹਿਲੀ ਰੈਲੀ ਸੀ ਕਾਂਗਰਸ ਪਾਰਟੀ ਦੀ। ਅੱਛਾ ਜੀ। ਸੁੱਖ ਨਾਲ ਪਹਿਲੀ ਰੈਲੀ ਦੇ ਵਿੱਚ ਕੱਲ 3 ਵੱਡੇ ਲੀਡਰ ਇੱਕੋ ਮੰਚ ਤੇ ਸੀ। ਰਕੇਸ਼ ਪਾਂਡੇ ਵਰਗੇ ਵੀ ਸੀਗੇ ਵਿਚਾਰੇ, ਕਹਿੰਦੇ ਵੀ ਮੱਲੋ ਮੱਲੀ ਬਾਹਾਂ ਫੜ ਖਿੱਚਦੇ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀਆਂ ਵੀ ਤੁਸੀਂ ਮੂਹਰੇ ਆ ਜਾਓ ਜੀ, ਕਿਉਂਕਿ ਨਵਜੋਤ ਸਿੱਧੂ ਵੀ ਸੀ। ਹੁਣ ਨਵਜੋਤ ਸਿੱਧੂ ਹੋ ਗਿਆ, ਮਨਪ੍ਰੀਤ ਸਿੰਘ ਬਾਦਲ ਹੋ ਗਿਆ, ਇਹ ਵੱਡੇ ਲੀਡਰ ਹੈ। ਪ੍ਰਧਾਨ ਤਾਂ ਨਵਜੋਤ ਸਿੰਘ ਸਿੱਧੂ ਹੈ, ਮੁੱਖ ਮੰਤਰੀ ਚੰਨੀ ਸਾਹਿਬ ਹੈ, ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਹੈ। ਪਰ ਕਿਉਂਕਿ ਸਿਆਣਾ ਹੈ ਬੰਦਾ, ਪੜ੍ਹਿਆ ਲਿਖਿਆ ਹੈ, ਤੇ ਪ੍ਰੋਟੈਕਸ਼ਨ ਵੀ ਚਾਹੀਦੀ ਹੈ, ਮਦਦ ਚਾਹੀਦੀ ਹੈ ਚੰਨੀ ਸਾਹਿਬ ਨੂੰ। ਤੇ ਚੰਨੀ ਸਾਹਿਬ ਖਿੱਚ ਕੇ ਉਹਨਾਂ ਨੂੰ ਵੀ ਤੁਸੀਂ ਮਨਪ੍ਰੀਤ ਬਾਦਲ ਜੀ ਮੇਰੇ ਨਾਲ ਆ ਜਾਓ। 3 ਜਣੇ ਆਏ ਤੇ ਲੋਕਾਂ 'ਚ ਵਾਹਵਾ ਹੋ ਗਈ। ਪਰ ਫਿਰ ਕਹਿੰਦੇ ਗੱਲ ਥੋੜੀ ਜਿਹੀ ਪੁੱਠੀ ਪੈ ਗਈ। ਨਵਜੋਤ ਸਿੰਘ ਸਿੱਧੂ ਆ ਗਿਆ ਆਪਦੇ ਰੰਗ 'ਚ, ਕਹਿੰਦਾ ਵੀ ਮਿੱਤਰੋ ਗੱਲ ਇਹ ਹੈ ਵੀ ਅਜੇ ਨੀਰੇ ਤਰੂ ਤਾਂ ਸਸਤਾ ਮਿਲਣ ਲੱਗਿਆ, ਕੋਈ 5 ਰੁਪਏ 5.5 ਰੁਪਏ ਫੁੱਟ ਨਹੀਂ ਮਿਲਦਾ, ਪਹਿਲਾਂ ਵਾਲੇ ਭਾਅ 'ਚ ਹੀ ਮਿਲਦਾ।
ਤੇ ਮੈਂ ਜਿਹੜਾ ਵਾਅਦਾ ਕਰਦਾ ਲੋਕਾਂ ਨਾਲ, ਮੈਂ ਤਾਂ ਗਰੰਟੀ ਦਿੰਦਾ ਵੀ ਵਿਕਣਾ ਚਾਹੀਦਾ ਹੈ, ਜਿਹੜਾ 5 ਰੁਪਏ ਵਾਲੇ 'ਚ ਹੀ ਹੋਣਾ ਚਾਹੀਦਾ ਹੈ। ਕਰ ਲਓ, ਨਹੀਂ ਫਿਰ ਕਹਿੰਦਾ ਕਿਤੇ ਇਹ ਨਾ ਹੋਵੇ ਮੈਨੂੰ ਅਸਤੀਫਾ ਫਿਰ ਦੇਣਾ ਪੈ ਜੀ। ਉਹਨੇ ਫਿਰ ਉੱਥੇ ਗੱਲ ਕਰਤੀ। ਉਹ ਤੋਂ ਬਾਅਦ ਖੈਰ ਦਿੱਲੀ ਚਲੇ ਗਏ। ਦਿੱਲੀ ਜਾਣਾ ਤਾਂ ਸੀਗਾ ਇਕੱਲਾ ਮੁੱਖ ਮੰਤਰੀ ਨੇ, ਤੇ ਉੱਥੇ ਐਲਾਨ ਕਰਤਾ ਨਵਜੋਤ ਸਿੰਘ ਸਿੱਧੂ ਨੂੰ ਵੀ ਮੈਂ ਵੀ ਨਾਲ ਹੀ ਜਾਊਂਗਾ। ਅਸੀਂ ਵੀ ਚੱਲੇ। ਤੇ ਫਿਰ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਕਹਿੰਦਾ ਵੀ ਤੂੰ ਵੀ ਆ ਜਾ ਭਾਈ। ਤਿੰਨੇ ਜਾਣੇ ਦਿੱਲੀ ਗਏ, ਦਿੱਲੀ ਜਾ ਕੇ ਗੱਲ ਕੀਤੀ। ਹੁਣ ਵੱਡੀ ਗੱਲ ਇਹ ਹੈ ਕਿ ਉਹ ਜਲਸੇ 'ਚ ਆਉਣ ਤੋਂ ਪਹਿਲਾਂ ਤੁਰੇ ਆਉਂਦੇ ਗਿੱਲ ਰੋਡ ਦੇ ਉੱਤੇ ਇਹਨਾਂ ਦਾ ਦਫ਼ਤਰ ਹੈ ਜੀ, ਆਟੋ ਰਿਕਸ਼ਾ ਵਾਲਿਆਂ ਦਾ ਹੈਗਾ ਜੀ। ਕੇਜਰੀਵਾਲ ਸਾਹਿਬ ਤਾਂ ਉੱਥੇ ਆ ਗਏ। ਉੱਥੇ ਆ ਕੇ ਜਦੋਂ ਮੁੱਖ ਮੰਤਰੀ ਦਫ਼ਤਰ 'ਚ ਵੜ ਗਿਆ, ਹੋ ਗਈ ਲਾਲਾ ਸਿਕਿਉਰਟੀਆਂ ਛੱਡਤੀਆਂ ਪਾਸੇ ਵੀ ਆਹ ਕੀ ਮੁੱਖ ਮੰਤਰੀ ਸਾਹਿਬ ਆ ਗਏ, ਆਮ ਆਦਮੀ ਆ ਗਿਆ, ਆਮ ਆਦਮੀ ਬਣ ਗਏ ਜੀ ਉੱਥੇ। ਫਿਰ ਹੁਣ ਬੋਲਣ ਵਾਸਤੇ ਕੋਈ ਉੱਥੇ ਮੰਚ ਤਾਂ ਬਣਿਆ ਨਹੀਂ ਸੀ। ਉਹ ਬੈਂਚ ਤੇ ਚੜ੍ਹ ਗਏ, ਤੇ ਬੈਂਚ ਤੇ ਚੜ੍ਹ ਕੇ ਉਹਨਾਂ ਨੇ ਭਾਸ਼ਣ ਸ਼ੁਰੂ ਕਰਤਾ ਵੀ ਆਹ ਲਓ ਜੀ, ਤੁਹਾਨੂੰ ਅੱਜ ਆਪਾਂ ਦੇ ਦਿੱਤੀਆਂ ਠਾਠਾਂ, ਇੱਕ ਸਰਟੀਫਿਕੇਟ ਦੇ ਦਿਆਂਗੇ ਲਾਲੇ ਮੂਹਰੇ, ਤੁਹਾਡਾ ਕੋਈ ਚਲਾਨ ਨਹੀਂ ਕੱਟੂਗਾ। ਅੱਛਾ, ਦਿੱਲੀ 'ਚ ਵੀ ਐਂ ਕੀਤਾ ਹੋਇਆ ਨਾ ਇੱਕ ਕਿਸਮ ਦਾ। ਅੱਛਾ ਜੀ। ਹਾਂ ਕਿਸਮ ਦਾ, ਜਿਵੇਂ ਇੱਥੇ ਕਰਨਾ। ਬਈ ਇਹ ਕਹਿੰਦੇ ਚੰਨੀ ਸਾਹਿਬ ਵੀ ਤੁਹਾਡਾ ਕੋਈ ਚਲਾਨ ਨਹੀਂ ਕੱਟਿਆ ਜਾਊਗਾ, ਜਿਹੜੇ ਚਲਾਨ ਕੱਟੇ ਗਏ ਆ ਤੁਹਾਡੇ 1 ਰੁਪਿਆ ਭਰ ਦਿਓ, ਸਾਰੇ ਮਾਫ। ਅੱਛਾ, ਸਭ ਕੁਛ ਗੱਲ ਅਗਾਂਹ ਤੋਂ ਤੁਹਾਨੂੰ ਕੋਈ ਲੋੜ ਨਹੀਂ, ਕਿਸੇ ਨੇ ਲਾਇਸੈਂਸ ਨਹੀਂ ਦੇਖਣਾ, ਕੁਛ ਵੀ ਨਹੀਂ ਦੇਖਣਾ। ਬੰਦੇ ਰਗੜਨ ਦਾ ਲਾਇਸੈਂਸ ਦੇਤਾ। ਨਹੀਂ, ਇਹ ਤਾਂ ਬਾਕੀ ਗੱਲ ਤਾਂ ਠੀਕ ਹੈ, ਲਾਇਸੈਂਸ ਤਾਂ ਹਰੇਕ ਬੰਦੇ ਨੂੰ ਚਲਾਉਣ ਵਾਲੇ ਨੂੰ ਲਾਇਸੈਂਸ ਤਾਂ ਚਾਹੀਦਾ ਹੀ ਹੈ ਨਾ। ਚਲੋ ਜੀ, ਉਹਨਾਂ ਨੇ ਆਪਦਾ ਉਹ ਗੱਲ ਕਰਤੀ ਤੇ ਫਿਰ ਉੱਥੇ ਉਹ ਬੈਂਚ ਤੇ ਬਹਿ ਗਏ। ਅੱਛਾ ਜੀ। ਬੈਂਚ ਤੇ ਬੈਠ ਕੇ ਜੀ ਚਾਹ ਵੀ ਪੀਣ ਲੱਗ ਗਏ। ਆਮ ਹੀ ਨਾਲ ਸਿੱਧੂ ਸਾਹਿਬ ਵੀ ਬੈਠੇ ਤੇ ਮਨਪ੍ਰੀਤ ਸਿੰਘ ਬਾਦਲ ਵੀ ਬੈਠੇ, ਚਾਹ ਵੀ ਪੀਣ ਲੱਗ ਗਏ। ਤੇ ਫਿਰ ਕੇਜਰੀਵਾਲ ਸਾਹਿਬ ਨੇ ਬਿਆਨ ਦਿੱਤਾ ਇੱਕ ਜੀ, ਕਹਿੰਦੇ ਵੀ ਪੰਜਾਬ ਦੇ ਵਿੱਚ ਇੱਕ ਨਕਲੀ ਕੇਜਰੀਵਾਲ ਤੁਰਿਆ ਫਿਰਦਾ। ਪ੍ਰੋਗਰਾਮ ਮੇਰਾ ਹੁੰਦਾ, ਜਦੋਂ ਪਤਾ ਲੱਗ ਜਾਂਦਾ ਕਹਿੰਦਾ ਚੱਕ ਕੇ ਉਹੀ ਐਲਾਨ ਕਰ ਦਿੰਦਾ। ਅੱਛਾ। ਉਹ ਵੀ ਸ਼ਾਮ ਨੂੰ ਪਹੁੰਚ ਗਏ ਜੀ ਲੁਧਿਆਣੇ, ਤੇ ਰਿਕਸ਼ਾ ਚਾਲਕਾਂ ਕੋਲੇ ਉਹ ਵੀ ਆ ਗਏ। ਜਦੋਂ ਰਿਕਸ਼ਾ ਚਾਲਕਾਂ ਦੇ ਵਿੱਚ ਆ ਕੇ ਉਹਨਾਂ ਨੇ ਬੈਠ ਕੇ ਆਟੋ ਰਿਕਸ਼ਾ ਚਾਲਕਾਂ 'ਚ ਉਹਨਾਂ ਨੇ ਗੱਲਬਾਤ ਆਪਦੀ ਸ਼ੁਰੂ ਕੀਤੀ ਜੀ। ਇੱਕ ਰਿਕਸ਼ਾ ਚਾਲਕ ਬੋਲਦਾ ਹੈ ਕਿ ਮੁੱਖ ਮੰਤਰੀ ਸਾਹਿਬ, ਮੈਂ ਤੁਹਾਡੇ ਤੋਂ ਬੜਾ ਪ੍ਰਭਾਵਿਤ ਹਾਂ, ਤੁਸੀਂ ਦਿੱਲੀ 'ਚ ਬੜਾ ਵਧੀਆ ਕੰਮ ਕੀਤਾ। ਅੱਛਾ ਜੀ। ਮੈਂ ਤੁਹਾਡੇ ਤੋਂ ਅਸ਼ ਕੇ ਜਾਵਾਂ ਜੀ, ਕਹਿਣਾ ਕੀ ਹੈ। ਲਓ ਜੀ, ਹੁਣ ਗੱਲ ਇਹ ਹੈ, ਇਹ ਮੇਰੀ ਬੇਨਤੀ ਹੈ ਵੀ ਤੁਸੀਂ ਮੇਰੇ ਨਾਲ ਖਾਣਾ ਖਾਓ ਅੱਜ। ਅੱਛਾ ਜੀ। ਮੇਰੇ ਘਰੇ। ਉਹਦੇ ਅੱਛਾ, ਅੱਜ ਹੀ ਖਾ ਲੈਣੇ ਫਿਰ। ਕਹਿੰਦਾ ਜੀ ਆਓ, ਧੰਨਵਾਦ। ਕਹਿੰਦਾ ਭਗਵੰਤ ਮਾਨ ਨੂੰ ਲੈ ਆਵਾਂ ਨਾਲ? ਕਹਿੰਦਾ ਜੀ ਲੈ ਆਓ। ਹਰਪਾਲ ਸਿੰਘ ਚੀਮਾ ਨੂੰ ਵੀ ਲੈ ਆਵਾਂ? ਕਹਿੰਦਾ ਲੈ ਆਓ। ਤੇ ਕਹਿੰਦੇ ਰਿਕਸ਼ੇ 'ਚ ਹੀ ਬਹਿ ਗਏ ਜੀ, ਆਟੋ ਰਿਕਸ਼ਾ 'ਚ। ਅੱਛਾ, ਉਵੇਂ ਚੱਲ ਪਏ। ਆਟੋ ਰਿਕਸ਼ੇ ਦੇ ਵਿੱਚ ਬਹਾ ਕੇ ਬੰਦਾ ਲੈ ਗਿਆ, ਫੋਟੋਆਂ ਖਿੱਚੀਆਂ ਜੀ, ਪਾਤੀਆਂ ਸਾਰੀਆਂ। ਤੇ ਗਾਂ ਅਖਬਾਰਾਂ ਵਾਲੇ ਕਾਹਨੂੰ ਫਿਰ ਢੱਕੀ ਧਰੀ ਰਹਿਣ ਦਿੰਦੇ ਜੀ। ਇੱਕ ਹਿੰਦੀ ਦੇ ਅਖਬਾਰ ਨੇ ਜਮਾ ਸਾਰਾ ਕੁਛ ਹੀ ਨੰਗਾ ਕਰਤਾ। ਉਹ ਕਹਿੰਦੇ ਜਿਹੜਾ ਰਿਕਸ਼ਾ ਚਾਲਕ ਹੈ ਵਿਚਾਰਾ, ਉਹ ਕਿਸੇ ਹੋਰ ਸਟੇਟ ਦਾ ਹੈ, ਔਰ ਉਹਦਾ ਭਰਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਲੀਡਰ ਹੈ। ਅੱਛਾ, ਉਹ ਵੀ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ। ਇਹ ਜਿਹੜੀ ਸਕ੍ਰਿਪਟ ਹੈ ਪਹਿਲਾਂ ਹੀ ਲਿਖੀ ਹੋਈ ਸੀ, ਜਿਵੇਂ ਇੱਥੇ ਵੀ ਆਏ ਸੀ। ਸੀਨ ਤੋਂ ਫਿਲਮੀ ਹੈ। ਹਾਂ, ਸੀਨ ਉਹ ਫਿਲਮੀ ਸੀਨ ਜਿਹੜਾ ਆਪਾਂ ਇੱਥੇ ਵੀ ਜ਼ਿਕਰ ਕੀਤਾ ਸੀਗਾ ਵੀ ਦੱਸੋ ਜੀ ਕੀ ਹੈ, ਉਹ ਸਾਰਾ ਕੁਛ। ਇਸ ਕਰਕੇ ਮਤਲਬ ਹੁਣ ਜਿਹੜੀ ਅਗਲੀ ਗੱਲ ਹੈ ਵੀ ਕਿ ਇਹ ਆਮ ਬੰਦੇ ਕਿਵੇਂ ਬਣ ਗਏ, ਜਿਹੜੇ ਖਾਸ ਤੋਂ ਆਮ ਬੰਦੇ ਖਾਸ ਤੋਂ ਇਸ ਕਰਕੇ ਬਣ ਗਏ ਕਿ ਪੰਜਾਬ ਦੀ ਜਿਹੜੀ ਹੈਗੀ ਹੈ ਫਿਜ਼ਾ ਹੈ, ਉਹ ਇੱਕ ਨਵੀਂ ਕਰਵਟ ਲੈ ਰਹੀ ਹੈ। ਔਰ ਇਹ ਕਰਵਟ ਲੈਣ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਦਾਨੇਵਾਲੀਆ ਸਾਹਿਬ ਜੀ, ਉਹ ਹੈ ਕਹਿੰਦੇ ਸੀ ਇਹ ਬਾਬਿਆਂ ਦੇ ਗੋਡਿਆਂ ਦੇ ਵਿੱਚੋਂ ਗਰੀਸ ਮੁੱਕ ਗਿਆ। ਇਹਨਾਂ ਬਾਬਿਆਂ ਦੇ ਪੱਲੇ ਹੈ ਨਹੀਂ ਕੁਛ। ਇਹ ਬਾਬੇ ਜੀ ਲੜਾਈ ਨਹੀਂ ਲੜ ਸਕਦੇ। ਕਿਸਾਨ ਲਹਿਰ ਦੇ ਆਗੂ ਜਿਹੜੇ 32 ਜਥੇਬੰਦੀਆਂ ਦੇ ਲੀਡਰ ਹੈ, ਉਹਨਾਂ ਲੀਡਰਾਂ ਨੇ ਜਿਸ ਢੰਗ ਦੇ ਨਾਲ 1 ਸਾਲ ਭਰ ਇਹ ਮੁਹਿੰਮ ਚਲਾਈ, ਤੇ ਜਿਹੜਾ ਪ੍ਰਧਾਨ ਮੰਤਰੀ ਕਹਿੰਦੇ ਸੀ ਵੀ ਇਹ ਤਾਂ ਜਿਹੜਾ ਫੈਸਲਾ ਕਰ ਲੇ ਤੇ ਵਾਪਸ ਨਹੀਂ ਲੈਣਾ, ਵਾਪਸ ਲੈਣ ਵਾਸਤੇ ਤਿਆਰ ਹੋ ਗਿਆ। ਤੇ ਬਾਬੇ ਕਹਿੰਦੇ ਖੜ ਜਾ, ਜਾਏਗਾ ਕਿੱਥੇ, ਐ ਨਹੀਂ ਅਸੀਂ ਜਾਣ ਦਿੰਦੇ ਜੀ। ਅਜੇ ਤੱਕ ਸਾਡੀਆਂ ਹੋਰ ਮੰਗਾਂ ਉਹ ਵੀ ਤੈਨੂੰ ਪੂਰੀਆਂ ਕਰਨੀਆਂ ਪੈਣਗੀਆਂ। ਜਿੰਨੀ ਦੇਰ ਉਹ ਮੰਗਾਂ ਪੂਰੀਆਂ ਨਹੀਂ ਕਰਦੇ, ਅਸੀਂ ਘਰਾਂ ਨੂੰ ਨਹੀਂ ਜਾਂਦੇ। ਹੁਣ ਉਹ ਕਈ ਵਾਰੀ ਹੁੰਦਾ ਨਾ, ਕਹਿੰਦੇ ਮਰਿਆ ਸੱਪ ਗਲ ਪੈ ਗਿਆ ਜੀ। ਤੇਜ਼ੀ ਤਾਂ ਬਹੁਤ ਕੀਤੀ ਸੀ ਆਪਣੇ ਪ੍ਰਧਾਨ ਮੰਤਰੀ ਨੇ। ਅੱਛਾ ਜੀ। ਵੀ ਕਿਸੇ ਨੂੰ ਕ੍ਰੈਡਿਟ ਹੀ ਨਾ ਦਿਓ। ਇਹਦੇ ਤੇ ਇਤਰਾਜ਼ ਵੀ ਪ੍ਰਗਟ ਕੀਤਾ ਹੈ। ਅੱਛਾ, ਕਿਸਾਨ ਲੀਡਰਾਂ ਨੇ ਕੀਤਾ। ਜੋਗਿੰਦਰ ਸਿੰਘ ਗੋਗਰਾਹਾਂ ਨੇ ਇੱਕ ਆਰਟੀਕਲ ਵੀ ਲਿਖਿਆ ਵੀ ਅਸੀਂ ਕਿੰਨੇ ਚਿਰ ਦੀ ਲੜਾਈ ਲੜਦੇ ਹਾਂ, ਘੱਟੋ ਘੱਟ ਤੁਸੀਂ ਸਾਡੇ ਨਾਲ ਡਿਸਕਸ਼ਨ ਕਿਉਂ ਨਹੀਂ ਕੀਤੀ, ਸਾਡੇ ਨਾਲ ਬੈਠ ਕੇ ਗੱਲ ਤਾਂ ਕਰਦੇ। ਪਰ ਪ੍ਰਧਾਨ ਮੰਤਰੀ ਚਾਹੁੰਦਾ ਸੀ ਕਿ ਇਹਨਾਂ ਨੂੰ ਕ੍ਰੈਡਿਟ ਨਾ ਜਾਵੇ। ਕ੍ਰੈਡਿਟ ਲੋਕ ਇਹ ਕਹਿਣ ਕਿ ਇਹ ਪ੍ਰਧਾਨ ਮੰਤਰੀ ਨੇ ਕਰਤਾ। ਹੁਣ ਲਓ ਜੀ, ਜਿਹੜੀ ਚੀਜ਼ ਜਿਸ ਚੀਜ਼ ਦੀ ਖਾਤਰ ਉਹਨਾਂ ਨੇ ਲੜਾਈ ਲੜੀ ਸੀ, ਲੜਾਈ ਤਾਂ ਸ਼ੁਰੂ ਹੋਈ ਸੀ 3 ਕਾਲੇ ਕਾਨੂੰਨਾਂ ਤੋਂ। ਕਾਲੇ ਕਾਨੂੰਨਾਂ ਦੀ ਖਾਤਰ ਲੜਾਈ। ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਕਿਸਾਨਾਂ ਦੇ ਉੱਤੇ ਕੋਈ ਸਾਨ ਨਹੀਂ ਨਾ। ਉਹਨਾਂ ਦੀ ਆਪ ਦੀ ਲੋੜ ਮੁਤਾਬਕ ਉਹਨਾਂ ਨੇ ਕਾਲੇ ਕਾਨੂੰਨ ਵਾਪਸ ਲਏ। ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਅੰਦੋਲਨ ਦਾ ਇੱਕ ਹੋਰ ਮੌਕਾ ਦਿੱਤਾ ਜੀ,
ਕਿ ਭਾਈ ਸਾਹਿਬ ਆਹ ਜਿਹੜੀਆਂ ਮੰਗਾਂ MSP ਵਾਲੀ MSP ਦੀ ਗਰੰਟੀ ਵੀ ਦਿਓ। ਉਹ ਜਿਹੜਾ ਹੈਗਾ ਤੁਹਾਡਾ ਅਜੇ ਮਿਸ਼ਰਾ ਉਹ ਕੈਬਨਿਟ ਤੇ ਕਿਉਂ ਵਿੱਚ ਬੈਠਾ, ਉਹਨੂੰ ਵੀ ਕੱਢੋ ਤੇ ਹੋਰ ਮੰਗਾ ਜਿਹੜੀਆਂ ਆਪਾਂ ਕੱਲ ਡਿਸਕਸ ਕੀਤੀਆਂ ਸੀ, ਉਹਨਾਂ ਨੇ ਦਿੱਤਾ ਸੀ ਨਾ ਉਹ ਇੱਕ 6 ਮੰਗਾਂ ਵਾਲਾ ਖੁੱਲੀ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ, ਸਾਰੀਆਂ ਰਿਪੀਟ ਕਰਤੀਆਂ। ਹੁਣ ਉਹਨਾਂ ਨੇ ਜਿਹੜਾ ਉਹ ਗੱਲ ਕਰਕੇ ਪ੍ਰਧਾਨ ਮੰਤਰੀ ਦੇ ਗੱਲ 'ਚ ਮਰਿਆ ਸੱਪ ਪੈ ਗਿਆ ਵੀ ਆ ਭਾਈ ਅਸੀਂ ਹਿੱਲਣ ਨਹੀਂ ਦਿੰਦੇ, ਤੈਨੂੰ ਇੱਥੇ ਕੁਛ ਕਰਨਾ ਪੈਣਾ। ਤੇ ਗਾ ਆਪੋਜੀਸ਼ਨ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਆਪੋਜੀਸ਼ਨ ਉਧਰ ਲਖਨਊ ਦੇ ਵਿੱਚ ਕਿਸਾਨ ਗਾਹ ਪਾਈ ਫਿਰਦੇ, ਕਿਸਾਨਾਂ ਨੇ ਇਹ ਸਾਰਾ ਕੁਝ ਹੋ ਗਿਆ। ਹੁਣ ਇਹਦੇ 'ਚ ਪੰਜਾਬ ਦੇ ਵਿੱਚ ਇੱਕ ਨਵੀਂ ਕਿਸਮ ਦੀ ਚੇਤਨਤਾ ਪੈਦਾ ਹੋਈ ਹੈ। ਸਵਾਲ ਪੁੱਛਣੇ ਸ਼ੁਰੂ ਕਰਤੇ। ਪਿੰਡਾਂ ਦੇ ਵਿੱਚ ਜਾਂਦੇ ਆ ਲੀਡਰ, ਆਮ ਸਧਾਰਨ ਬੰਦੇ, ਖੇਤ ਮਜ਼ਦੂਰ, ਬੀਬੀਆਂ, ਖੇਤਾਂ 'ਚ ਕੰਮ ਕਰਨ ਵਾਲੀਆਂ, ਘਰਾਂ ਦੇ ਵਿੱਚ ਭਾਂਡੇ ਮਾਂਜਣ ਵਾਲੀਆਂ, ਪੋਚੇ ਲਾਉਣ ਵਾਲੀਆਂ, ਆਮ ਸੁਆਣੀਆਂ ਜਿਹੜੀਆਂ ਆਪਦੇ ਘਰਾਂ ਦੇ ਵਿੱਚ ਦੁੱਧ ਵੀ ਚੋਂਦੀਆਂ ਮੱਝਾਂ ਦੇ, ਖੇਤਾਂ ਦੇ ਵਿੱਚ ਜਾ ਕੇ ਕੰਮ ਵੀ ਕਰਦੀਆਂ, ਉਹਨਾਂ ਨੇ ਸਵਾਲ ਪੁੱਛਣੇ ਸ਼ੁਰੂ ਕਰਤੇ, ਇਹਦਾ ਜਵਾਬ ਦਿਓ। ਹੁਣ ਫਿਰ ਉਹ ਵਿਚਾਰੇ ਬਣ ਗਏ ਜੀ। ਹੁਣ ਸਾਰੇ ਖਾਸ ਬੰਦੇ ਕਹਿੰਦੇ ਨਹੀਂ ਜੀ ਅਸੀਂ ਆਮ ਆਦਮੀ, ਲੜਾਈ ਹੁਣ ਜਿਹੜੀ ਨਾ ਆਮ ਬੰਦੇ ਬਣਨ ਤੇ ਹੋ ਗਈ। ਆਮ ਬੰਦੇ, ਮੈਂ ਸਭ ਤੋਂ ਗਰੀਬ, ਮੈਂ ਸਭ ਤੋਂ ਗਰੀਬ, ਮੈਂ ਸਭ ਤੋਂ ਭਲਾ ਮਾਨਸ, ਮੈਂ ਧਰਤੀ ਤੇ ਚੱਲਣ ਵਾਲਾ ਬੰਦਾ, ਧਰਤੀ ਨਾਲ ਜੁੜਿਆ ਹੋਇਆ, ਧਰਤੀ ਤੋਂ ਪੈਦਾ ਹੋਇਆ, ਧਰਤੀ। ਹੁਣ ਤੁਸੀਂ ਇਹ ਦੇਖੋ ਵੀ ਇਹ ਜਿਹੜੇ ਬੰਦੇ ਹੈ, ਆਪਾਂ ਜੇ ਕਾਂਗਰਸ ਅਜੇ ਦੂਜੇ ਨੇ ਤਾਂ ਆਉਣਾ, ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਤਾਂ ਮੌਕਾ ਨਹੀਂ ਮਿਲਿਆ। ਲਓ ਜੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਖੋ ਆਪਾਂ ਕਿੰਨੇ ਗਰੀਬ ਹੈ ਜੀ। ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆ ਜਾਓ। ਚਰਨਜੀਤ ਸਿੰਘ ਚੰਨੀ ਦਾ ਜਿਹੜਾ ਪਿਛਲਾ ਹੀ ਐਫੀਡੈਵਿਟ ਚੱਕ ਲਓ ਜੀ, ਕੋਈ ਕਿਸ ਫਿਰਕੇ ਦੇ ਵਿੱਚ, ਕਿਸ ਭਾਈਚਾਰੇ 'ਚ ਪੈਦਾ ਹੋਇਆ, ਗੱਲ ਇਹ ਨਹੀਂ। ਉਹਦੀ ਆਰਥਿਕ ਹਾਲਤ ਕੀ ਹੈ, ਉਹਦੀ ਗੱਲ ਕਰੋ। ਉਹਦੀ ਹਾਲਤ ਕੀ ਹੈ? ਆਰਥਿਕ ਹਾਲਤ ਤੁਹਾਨੂੰ ਹਰ ਵਕਤ, ਹਰ ਜਿਹੜੀ ਇਲੈਕਸ਼ਨ ਤੁਸੀਂ ਲੜਦੇ, ਤੁਹਾਨੂੰ ਇੱਕ ਐਫੀਡੈਵਿਟ ਦੇਣਾ ਪੈਂਦਾ ਜਿਹਦੇ ਵਿੱਚ ਜਾਇਦਾਦ ਦਾ ਵੇਰਵਾ ਦੇਣਾ ਪੈਂਦਾ ਹੈ। ਸਿਆਸਤਦਾਨ ਹੋਲ ਟਾਈਮਰ ਸਿਆਸਤਦਾਨ ਹੈ ਜੀ, ਸਾਰਾ ਸਮਾਂ ਉਹ ਸਿਆਸਤ ਕਰਦਾ ਹੈ। ਸਿਆਸਤ ਕਰਨ ਦੇ ਬਾਵਜੂਦ ਉਹਦੀ ਜਾਇਦਾਦ ਦੇ ਵਿੱਚ ਹਰ ਸਾਲ ਦੁੱਗਣਾ ਤਿੱਗਣਾ ਵਾਧਾ ਕਿਵੇਂ ਹੋ ਜਾਂਦਾ? ਇਹ ਬੜੇ ਸਵਾਲ ਹੁਣ ਕਰਨ ਲੱਗ ਪਏ, ਜਿਹਦੇ ਨਾਲ ਕੁਝ ਨਹੀਂ ਹੁੰਦਾ, ਕਹਿੰਦੇ ਬਣ ਸਾਰੀ ਕਿਵੇਂ ਵਾਧਾ ਚੁੱਕਾ। ਹਾਂ, ਇਹ ਕਿਵੇਂ ਹੋ ਗਿਆ ਜੀ? ਇਹ ਆਮ ਆਦਮੀ, ਤੁਸੀਂ ਦੱਸੋ, ਤੁਸੀਂ ਤਾਂ ਖਾਸ ਹੋ ਆਮ ਆਦਮੀ ਕਿਉਂ? ਨਵਜੋਤ ਸਿੰਘ ਸਿੱਧੂ ਲੈ ਲਓ, ਨਵਜੋਤ ਸਿੰਘ ਸਿੱਧੂ ਵੀ ਕਈ ਵਾਰੀ ਪਾਰਲੀਮੈਂਟ ਦੇ ਮੈਂਬਰ ਬਣ ਗਏ। ਚਲੋ ਸੈਲੀਬ੍ਰਿਟੀ ਆ, ਆਪਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਇਹ ਦੇ ਦਿੰਦੇ ਆ, ਉਹਨਾਂ ਨੂੰ ਸ਼ੱਕ ਦਾ ਜਿਹੜਾ ਜਿਹੜੀ ਹੈ ਬੈਨੀਫਿਟ ਆਫ ਡਾਊਟ, ਹਾਂਜੀ, ਉਹਨਾਂ ਨੂੰ ਆਪਾਂ ਦੇ ਦਿੰਦੇ ਆ। ਫਿਰ ਤੁਸੀਂ ਲੈ ਲਓ ਜੀ ਆਪਣੇ ਮਨਪ੍ਰੀਤ ਸਿੰਘ ਬਾਦਲ, ਫਾਈਨਾਂਸ ਮਿਨਿਸਟਰ ਰਹੇ, ਅਕਾਲੀਆਂ ਨਾਲ ਵੀ ਰਹੇ, ਇਸ ਵਿੱਚ ਵੀ ਰਹੇ। ਫਿਰ ਆਪਾਂ ਦੇਖੀਏ ਤੁਹਾਡੇ ਕੇਜਰੀਵਾਲ ਸਾਹਿਬ ਜੀ, ਕੇਜਰੀਵਾਲ ਸਾਹਿਬ ਦਾ ਵੀ ਜਿਹੜੀ ਹੈਗੀ ਆ ਪ੍ਰਾਪਰਟੀ ਦਾ ਪਤਾ ਲੱਗ ਜਾਂਦਾ। ਜਿਹੜੇ ਉਹਨਾਂ ਦੇ ਇੱਥੋਂ ਵਾਲੇ MLA, ਉਹਨਾਂ ਦੀ ਵੀ ਪ੍ਰਾਪਰਟੀ ਦਾ ਪਤਾ ਲੱਗਦਾ। ਇੱਕ ਤਾਂ ਪ੍ਰਾਪਰਟੀ ਉਹ ਹੁੰਦੀ ਹੈ ਜਿਹੜੀ ਉਹ ਡਿਕਲੇਅਰ ਕਰਦੇ, ਇੱਕ ਡਿਕਲੇਅਰ ਕਰਨ ਤੋਂ ਬਗੈਰ ਹੁੰਦੀ ਹੈ ਜੀ ਜੀ। ਇਹ ਸਾਰਾ ਕੁਝ ਮਤਲਬ ਹੁਣ ਸਾਰੇ ਦੇ ਸਾਰੇ ਗਰੀਬ ਜੇ ਵਿਚਾਰੇ ਜੇ ਬਣ ਕੇ ਜੀ, ਅਸੀਂ ਤਾਂ ਆਮ ਬੰਦੇ ਆ ਜੀ। ਉਹ ਆਮ ਬੰਦੇ ਇਸ ਕਰਕੇ ਬਣੇ ਕਿ ਇਹ ਬਾਬਿਆਂ ਦਾ ਜਿਹੜੀ ਉਹਨਾਂ ਨੇ ਚੇਤਨਤਾ ਦੀ ਜਾਗ ਲਾਈ ਹੈ ਜੀ ਜੀ, ਉਹ ਚੇਤਨਤਾ ਦੀ ਜਾਗ ਨੇ ਵੱਡੇ ਵੱਡੇ ਬੰਦਿਆਂ ਨੂੰ, ਰਾਜ ਭਾਗ ਕਰਨ ਵਾਲਿਆਂ ਨੂੰ ਵਿਚਾਰੇ ਬਣਾਤਾ ਵੀ ਇਹ ਲਓ ਜੀ, ਇਦੋਂ ਮਤਲਬ ਕੋਈ ਹੋਰ ਹੈ ਨਹੀਂ, ਸ਼ਰੀਫ ਇਹੀ ਹੈ ਜੀ। ਚਲੋ ਹੁਣ ਲੋਕ ਜਿਹੜੇ ਨੇ ਜੀ ਉਹ ਖਾਸ ਕਦੋਂ ਬਣਦੇ ਆ? ਕਿਉਂਕਿ ਸੁਪਰੀਮ ਕੋਰਟ ਵੀ ਕਹਿੰਦੀ ਹੈ ਵੀ ਲੋਕਤੰਤਰ 'ਚ ਤਾਂ ਲੋਕ ਹੀ ਸਭ ਤੋਂ ਉੱਪਰ ਨੇ। ਬਿਲਕੁਲ ਜੀ, ਸਾਈਂ ਬਾਬੇ ਦਾ ਨਾਂ ਤੇ ਇੱਕ ਸੰਸਥਾ ਬਣੀ ਹੋਈ ਹੈ ਦੱਖਣੀ ਭਾਰਤ ਦੇ ਵਿੱਚ ਜੀ। ਉਹਦਾ ਸਾਲਾਨਾ ਜਿਹੜਾ ਹੁੰਦਾ ਸਮਾਗਮ, ਉਹ ਸਮਾਗਮ ਸੀ ਤੇ ਉਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਸੀ ਸਾਡੇ ਦੇਸ਼ ਦੇ ਚੀਫ ਜਸਟਿਸ ਰਮਨਾ ਸਾਹਿਬ ਨੇ। ਰਮਨਾ ਸਾਹਿਬ ਨੇ ਜਿਹੜਾ ਉੱਥੇ ਭਾਸ਼ਣ ਦਿੱਤਾ ਹੈ, ਉਹ ਭਾਸ਼ਣ ਬੜੀ ਕੰਮ ਦੀ ਚੀਜ਼ ਹੈ। ਉਹ ਕਹਿੰਦੇ ਵੀ ਲੋਕਤੰਤਰ ਦੇ ਵਿੱਚ ਲੋਕ ਸਭ ਤੋਂ ਜਿਹੜੇ ਹੈਗੇ ਆ ਪ੍ਰਮੁੱਖ ਹੁੰਦੇ ਜੀ, ਲੋਕਾਂ ਤੋਂ ਬਗੈਰ ਲੋਕਤੰਤਰ ਦੇ ਵਿੱਚ ਕੱਖ ਨਹੀਂ ਹੁੰਦਾ। ਉਹਨਾਂ ਨੇ ਕਿਹਾ ਹੈ ਕਿ ਸ਼ਾਸਕਾਂ ਨੂੰ ਹਰ ਦਿਨ ਜੀ ਆਤਮ ਨਿਰੀਖਣ ਕਰਨਾ ਚਾਹੀਦਾ ਹੈ ਤੇ ਨਾਲ ਇਹ ਵੀ ਪਰਖਣਾ ਚਾਹੀਦਾ ਹੈ ਕਿ ਕੀ ਉਹਨਾਂ ਵਿੱਚ ਕੋਈ ਬੁਰੀ ਵਿਸ਼ੇਸ਼ਤਾ ਤਾਂ ਨਹੀਂ ਜੀ, ਬੁਰਾ ਲੱਛਣ ਤਾਂ ਨਹੀਂ। ਇਹ ਅਨੰਤਪੁਰਮ ਹੈ ਜੀ, ਜ਼ਿਲ੍ਹਾ ਪੱਟਾ ਪਾਰਥੀ ਜੀ ਨਗਰ ਹੈ ਤੇ ਉਹਦੇ ਵਿੱਚ ਅਨੰਤਪੁਰਮ ਜ਼ਿਲ੍ਹੇ ਦੇ ਹੈ ਜੀ। ਉੱਥੇ ਇਹਨਾਂ ਨੇ ਇਹ ਸਾਰਾ ਕੁਛ ਕੀਤਾ ਸੀ। ਤੇ ਅਗਲੀ ਗੱਲ ਉਹਨਾਂ ਨੇ ਕਿਹਾ ਹੈ ਕਿ ਮਹਾਭਾਰਤ ਤੇ ਰਮਾਇਣ ਹੈ ਨਾ ਜਿਹੜਾ, ਉਹਦੇ ਵਿੱਚ ਕੁਛ ਜਿਹੜੇ ਹੈਗੇ ਗੁਣ ਲਿਖੇ ਹੈ ਜੀ, ਕਿ ਸ਼ਾਸਕਾਂ ਦੇ ਵਿੱਚ 14 ਕਿਸਮ ਦੇ ਗੁਣ ਹੁੰਦੇ। ਗੁਣਾਂ ਦਾ ਮਤਲਬ ਗੁਣ ਤੇ ਔਗਣ ਜੀ ਜੀ, ਨੈਗੇਟਿਵ ਤੇ ਪੋਜ਼ਿਟਿਵ, ਜਿਹੜੇ ਮਤਲਬ ਉਹਨਾਂ ਜਿਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਤੇ ਨਾਲ ਉਹਨਾਂ ਨੇ ਕਿਹਾ ਜੀ ਵੀ ਜਿਹੜੇ ਇਹ 14 ਤਰ੍ਹਾਂ ਦੇ ਜਿਹੜੇ ਗੁਣ ਹੈ, ਬੁਰੇ ਗੁਣ ਹੈ ਜੀ, ਇਹਨਾਂ ਤੋਂ ਬਚਣਾ ਚਾਹੀਦਾ ਹੈ। ਤੇ ਲੋਕਤੰਤਰਕ ਵਿਵਸਥਾ ਜਿਹੜੀ ਹੈ, ਜਿਹੜਾ ਲੋਕਤੰਤਰੀ ਢਾਂਚਾ ਹੈ, ਜਿਹਨੂੰ ਅਸੀਂ ਡੈਮੋਕ੍ਰੈਟਿਕ ਸੈਟਅਪ ਕਹਿ ਦਿੰਦੇ ਹਾਂ ਜੀ,
ਇਹਦੇ ਸਾਰੇ ਸ਼ਾਸਕਾਂ ਨੂੰ ਆਪਣਾ ਨਿਯਮਿਤ ਰੋਜ਼ ਦਾ ਜੀ ਰੋਜ਼ਾਨਾ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਤਮ ਨਿਰੀਖਣਾ ਕਰਨਾ ਚਾਹੀਦਾ ਹੈ ਕਿ ਕੀ ਉਹਨਾਂ ਵਿੱਚ ਕੋਈ ਬੁਰਾ ਲੱਛਣ ਤਾਂ ਨਹੀਂ। ਜੀ ਇਹ ਗੱਲ ਕਹਿੰਦੇ ਹੁਣ ਜੀ ਰਮਨਾ ਸਾਹਿਬ ਨੇ ਕਹਿਤਾ ਵੀ ਗੱਲ ਹੋਣੀ ਚਾਹੀਦੀ ਹੈ। ਮੇਰੇ ਖਿਆਲ ਹੈ ਦਾਨੇਵਾਲੀਆ ਸਾਹਿਬ ਜੀ ਫਿਰ ਇਹ ਹੋਗੀ ਰਾਮ ਰਾਜ ਨਾ ਆ ਜਾਊਗਾ। ਬਿਲਕੁਲ ਸਿਆਣੀ ਗੱਲ ਹੈ ਤੁਹਾਡੀ। ਰਾਮ ਰਾਜ ਹੋਰ ਕੀ ਹੈ? ਰਾਮ ਰਾਜ ਦਾ ਮਤਲਬ ਇਹ ਨਹੀਂ ਕਿ ਰਾਮਚੰਦਰ, ਰਾਮ ਰਾਜ ਦਾ ਮਤਲਬ ਹੈ ਕਿ ਚੰਗੇ ਕਿਸਮ ਦਾ ਸਿਸਟਮ। ਜੀ ਹੁਣ ਜੇ ਨਿਰੀਖਣ ਕਰਨ ਲੱਗ ਜਾਣ, ਕੋਈ ਵੀ ਬੰਦਾ ਨਿਰੀਖਣ ਕਰ ਰਿਹਾ, ਵੈਸੇ ਕੱਲੇ ਸ਼ਾਸਕਾਂ ਨੂੰ ਨਹੀਂ ਕਰਨਾ ਚਾਹੀਦਾ। ਮੈਂ ਕਹਿੰਦਾ ਨਿਰੀਖਣ ਤਾਂ ਤੁਹਾਨੂੰ ਸਾਨੂੰ ਵੀ ਕਰਨਾ ਚਾਹੀਦਾ। ਬਿਲਕੁਲ ਸਾਰਿਆਂ ਨੂੰ ਕਰਨਾ ਚਾਹੀਦਾ। ਅਸੀਂ ਵੀ ਦੇਖੀ ਵੀ ਅਸੀਂ ਕਿਸੇ ਨਾਲ ਧੱਕਾ ਤਾਂ ਨਹੀਂ ਕਰ ਰਹੇ। ਨਾ ਸਾਡੀ ਜਿਹੜੀ ਹੈ ਇਸ ਵੇਲੇ ਦੀ ਅਸੀਂ ਆਪਣੀ ਗੱਲਬਾਤ ਕਰੀ ਜਾਂਦੇ, ਇਹ ਗੱਲਬਾਤ ਕਿਸੇ ਨੂੰ ਠੇਸ ਤਾਂ ਨਹੀਂ ਪਹੁੰਚਾਉਂਦੀ, ਕਿਸੇ ਨੂੰ ਨੁਕਸਾਨ ਤਾਂ ਨਹੀਂ ਪਹੁੰਚਾਉਂਦੀ। ਜੀ ਜੀ ਇਹਨਾਂ ਚੀਜ਼ਾਂ ਦਾ ਜਿਹੜਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਸਾਡੇ ਚੀਫ ਜਸਟਿਸ ਸਾਹਿਬ ਨੇ ਜੋ ਗੱਲ ਕਹੀ ਹੈ, ਵੈਸੇ ਜਦੋਂ ਆਪਾਂ ਸਟੇਟ ਦੀ ਗੱਲ ਕਰਦੇ ਹਾਂ ਨਾ ਜੀ, ਸਟੇਟ ਦੇ 4 ਅੰਗ ਹੈ। ਇੱਕ ਹੈ ਜੀ ਵਿਧਾਨ ਪਾਲਿਕਾ ਜੀ ਜਿਹੜੀ ਕਾਨੂੰਨ ਬਣਾਉਂਦੀ ਹੈ। ਇੱਕ ਹੈ ਕਾਰਜਪਾਲਿਕਾ ਜਿਹੜੀ ਕਾਨੂੰਨਾਂ ਨੂੰ ਲਾਗੂ ਕਰਦੀ ਹੈ। ਇੱਕ ਹੈ ਨਿਆਂਪਾਲਿਕਾ ਕਿ ਕੀ ਕਾਇਦਾ ਕਾਨੂੰਨ ਠੀਕ ਤਰੀਕੇ ਨਾਲ ਚੱਲ ਰਿਹਾ ਜਾਂ ਨਹੀਂ। ਕੀ ਜਿਹੜਾ ਇਹ ਰਾਜ ਪ੍ਰਬੰਧ ਹੈ, ਇਹ ਰਾਜ ਪ੍ਰਬੰਧ ਜਿਹਨੂੰ ਲੋਕ ਪੱਖੀ ਕਿਹਾ ਜਾਂਦਾ, ਇਹਦੇ ਵਿੱਚ ਜਿਹੜੇ ਫੈਸਲੇ ਹੋ ਰਹੇ ਆ ਲੋਕ ਪੱਖੀ ਹੋ ਰਹੇ ਜਾਂ ਨਹੀਂ। ਇਹ ਕਿਤੇ ਸੰਵਿਧਾਨ ਦੀ ਜਿਹੜੀ ਮੂਲ ਭਾਵਨਾ ਉਹਦੀ ਉਲੰਘਣਾ ਤਾਂ ਨਹੀਂ ਹੋ ਰਹੀ। ਇਹ ਸਾਰੀ ਚੀਜ਼ ਕਰਕੇ ਜੇ ਬਾਕੀ 2 ਅੰਗਾਂ ਦੇ ਨਾਲੋਂ ਜੀ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਦੇ ਨਾਲੋਂ ਇਹ ਅੰਗ ਹੀ ਠੀਕ ਤਰੀਕੇ ਨਾਲ ਕੰਮ ਕਰਦਾ ਹੋਵੇ ਤਾਂ ਫਿਰ ਮੇਰਾ ਖਿਆਲ ਹੈ ਵੀ ਦੂਜੀਆਂ ਜਿਹੜੀਆਂ ਦੋਨੋਂ ਪ੍ਰਣਾਲੀਆਂ ਜਿਹੜੀਆਂ ਉਹਦੀਆਂ ਕਮੀਆਂ ਪੇਸ਼ੀਆਂ, ਉਹਨਾਂ ਕਮੀਆਂ ਪੇਸ਼ੀਆਂ ਨੂੰ ਦੂਰ ਕੀਤਾ ਜਾ ਸਕੇ। ਜੀ ਜੀ ਇਹਦੇ ਉੱਪਰ ਜਿਹੜੀ ਫਿਰ ਅਗਲੀ ਗੱਲ ਆ ਗਈ ਜੀ ਮੀਡੀਆ, ਪ੍ਰੈਸ ਆ ਗਈ ਕਿ ਪ੍ਰੈਸ ਨੇ ਸਾਰੇ ਸਿਸਟਮ ਦੇ ਉੱਤੇ ਨਿਗਾਹ ਰੱਖਣੀ ਹੈ ਜੀ। ਪਰ ਅੱਜ ਸਾਡੀ ਬਦਕਿਸਮਤੀ ਕੀ ਹੈ? ਬਦਕਿਸਮਤੀ ਹੈ ਕਿ ਸਾਡੇ ਸਿਸਟਮ ਦੇ ਸਮਾਜ ਦੇ ਵਿੱਚ ਜੀ ਜਿਹੜੀ ਸੰਵਿਧਾਨ ਦੀਆਂ ਜਿਹੜੀ ਮੂਲ ਭਾਵਨਾ ਹੈ, ਸੰਵਿਧਾਨ ਦੀ ਮੂਲ ਭਾਵਨਾ ਦੀ ਡਟ ਕੇ ਉਲੰਘਣਾ ਹੋ ਰਹੀ ਹੈ ਜੀ। ਉਹਦੇ ਖਿਲਾਫ ਬੜਾ ਕੁਛ ਰਿਹਾ, ਕਾਨੂੰਨ ਬਣ ਰਹੇ। ਜੇ ਆਪਾਂ ਕਿਸਾਨਾਂ ਵਾਲੇ ਕਾਲੇ ਕਾਨੂੰਨਾਂ ਦੀ ਗੱਲ ਕਰ ਲਈਏ, ਇਹ ਕਾਲੇ ਕਾਨੂੰਨ ਵੀ ਸੰਵਿਧਾਨ ਦੀ ਮੂਲ ਭਾਵਨਾ ਦੀ ਉਲੰਘਣਾ ਨੇ। ਕਿਉਂਕਿ ਜਿਹੜੀਆਂ 3 ਸੂਚੀਆਂ ਬਣੀਆਂ ਵੀਆਂ, ਇੱਕ ਸੈਂਟਰ ਦੀ ਸੂਚੀ ਜੀ ਜਿਹਦੇ ਵਿੱਚ ਕੇਂਦਰ ਸਰਕਾਰ ਕੋਲੇ ਕੁਝ ਪਾਵਰ ਹੈ, ਇੱਕ ਸੂਚੀ ਜਿਹੜੀ ਹੈਗੀ ਹੈ ਜੀ ਉਹ ਸਟੇਟਾਂ ਦੀ, ਇੱਕ ਹੁੰਦੀ ਹੈ ਸਾਂਝੀ ਸੂਚੀ ਜੀ। ਖੇਤੀਬਾੜੀ ਜਿਹੜੀ ਹੈਗੀ ਹੈ ਉਹ ਸਟੇਟ ਦਾ ਵਿਸ਼ਾ ਹੈ। ਬਿਲਕੁਲ। ਪਰ ਇਹਨਾਂ ਨੇ ਕੀਤਾ ਕਿ ਇਹਨਾਂ ਨੇ ਜਿਹੜੀ ਟ੍ਰੇਡ ਐਂਡ ਕਮਰਸ ਦੇ ਵਿੱਚ ਉਹਦੇ ਵਿੱਚ ਪਾ ਕੇ ਤੇ ਇਹ ਕਾਨੂੰਨ ਬਣਾਤੇ। ਹੁਣ ਚਾਹੀਦਾ ਤਾਂ ਇਹ ਸੀ ਕਿ ਸੁਪਰੀਮ ਕੋਰਟ ਇਹਦਾ ਸੂਮੋਟੋ ਨੋਟਿਸ ਲੈਂਦੀ, ਜਿਹੜੇ ਕਿ ਵੱਡੇ ਵੱਡੇ ਵਿਦਵਾਨਾਂ ਨੇ ਵੀ ਗੱਲ ਕਹੀ ਸੀ, ਔਰ ਉਹ ਸੂਮੋਟੋ ਨੋਟਿਸ ਲੈ ਕੇ ਕੋਈ ਫੈਸਲਾ ਦਿੰਦੀ, ਲੇਕਿਨ ਨਹੀਂ ਹੋਇਆ। ਇਹ ਤੋਂ ਇਲਾਵਾ ਜੀ ਧਾਰਾ 370 ਤੋੜੀ ਗਈ, 35A ਤੋੜੀ ਗਈ। ਉਹਨੂੰ ਚੁਣੌਤੀ ਦਿੱਤੀ ਨੂੰ ਕਿੰਨੀ ਦੇਰ ਹੋ ਗਈ ਜੀ। ਪਾਰਲੀਮੈਂਟ ਦੇ ਰਾਹੀਂ ਹਾਲਾਂਕਿ ਉਹ ਸਾਰਾ ਕੁਝ ਕੀਤਾ ਸੀ, ਲੇਕਿਨ ਉਹ ਸੰਵਿਧਾਨ ਦੀ ਮੂਲ ਭਾਵਨਾ ਦਾ ਨਿਖੇਧ ਹੈ, ਉਹਦੀ ਵਿਰੋਧਤਾ ਹੈ। ਇਹ ਕੌਣ ਕਹਿੰਦਾ? ਜਿਨ੍ਹਾਂ ਨੇ ਪਟੀਸ਼ਨਾਂ ਦਾਇਰ ਕੀਤੀਆਂ, ਉਹਦਾ ਨਿਪਟਾਰਾ ਹੁਣ ਤੱਕ ਨਹੀਂ ਹੋਇਆ। ਰਮਨਾ ਸਾਹਿਬ ਜਦੋਂ ਦੇ ਚੀਫ ਜਸਟਿਸ ਬਣੇ ਜੀ, ਇਹਨਾਂ ਨੇ ਕੁਝ ਤਬਦੀਲੀਆਂ ਕੀਤੀਆਂ, ਤੇਜ਼ੀ ਵੀ ਦਿਖਾਈ ਹੈ ਕੰਮ ਦੇ ਵਿੱਚ, ਤੇ ਠੀਕ ਤਰੀਕੇ ਦੇ ਨਾਲ ਇਹ ਜੁਡੀਸ਼ਰੀ ਨੂੰ ਲੈ ਕੇ ਜਾਂਦੀ ਜੀ। ਔਰ ਇਸ ਵੇਲੇ ਜੁਡੀਸ਼ਰੀ ਦੇ ਇੱਜ਼ਤ 'ਚ, ਸਤਿਕਾਰ ਦੇ ਵਿੱਚ, ਮਾਨ ਤਾਨ 'ਚ ਵਾਧਾ ਹੋਇਆ। ਬਿਲਕੁਲ ਹੋਇਆ ਜੀ। ਲੋਕ ਇਹ ਮੰਨਣ ਲੱਗੇ ਕਿ ਹਾਂ ਭਾਰਤ ਦੇ ਵਿੱਚ ਕੁਛ ਨਾ ਕੁਛ ਤਾਂ ਹੈ। ਪਰ ਰਮਨਾ ਸਾਹਿਬ ਕੱਲੇ ਜੀ, ਇਹ ਅਸਲ ਦੇ ਵਿੱਚ ਜੁਡੀਸ਼ਰੀ ਨੂੰ ਜਿਵੇਂ ਇੰਡੀਪੈਂਡੈਂਟ ਬਣਾਉਣ ਦੀ ਗੱਲ ਕਹੀ ਗਈ ਹੈ, ਸਿਸਟਮ ਨੂੰ ਰਹਿ ਨਹੀਂ ਦਿੱਤਾ ਜੀ। ਤੁਹਾਡੇ ਯਾਦ ਹੋਣਾ ਹੈ ਜਸਟਿਸ TS ਠਾਕਰ ਭਾਰਤ ਦੇ ਚੀਫ ਜਸਟਿਸ ਹੁੰਦਿਆਂ ਪ੍ਰਾਈਮ ਮਿਨਿਸਟਰ ਦੀ ਹਾਜ਼ਰੀ ਦੇ ਵਿੱਚ ਉਹ ਐਡਰੈਸ ਕਰ ਰਹੇ ਸੀ ਜੀ, ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਪਰਲ ਹੰਝੂ ਵਗਣੇ ਸ਼ੁਰੂ ਹੋ ਗਏ ਸੀ। ਉਹ ਕਹਿੰਦੇ ਵੀ ਕੇਸਾਂ ਦਾ ਬੋਝ ਇੰਨਾ ਜ਼ਿਆਦਾ, ਕੇਸ ਇੰਨੇ ਜ਼ਿਆਦਾ, ਓਵਰਬਰਡਨ ਸੀ, ਤੇ ਅਸੀਂ ਕੋਲੋਜੀਅਮ ਨੇ ਸਿਫਾਰਿਸ਼ਾਂ ਕਰਕੇ ਭੇਜੀਆਂ ਕਿ ਇਹਨੂੰ ਪ੍ਰਵਾਨਗੀ ਦੇ ਦਿਓ, ਇਹਨਾਂ ਜੱਜਾਂ ਦੀ ਨਿਯੁਕਤੀ ਨੂੰ ਤੁਸੀਂ ਪ੍ਰਵਾਨਗੀ ਨਹੀਂ ਦਿੱਤੀ। ਹਾਂ, ਕਿੰਨੇ ਵਾਰੀ ਆਪਾਂ ਦੇਖਦੇ ਕਿ ਸਰਕਾਰਾਂ ਨੂੰ ਜਿਹੜੇ ਜੱਜ ਸਾਹਿਬਾਨ ਜਿਨ੍ਹਾਂ ਦੇ ਨਾਂ ਰਿਕਮੈਂਡ ਕੀਤੇ ਹੁੰਦੇ, ਜਦੋਂ ਦੇਖਦੇ ਕਿ ਸਾਡੀ ਵਿਚਾਰਧਾਰਾ ਮੁਤਾਬਕ ਇਹ ਨਹੀਂ ਹੈਗੀ, ਸਾਡੇ ਮੁਤਾਬਕ ਇਹ ਨਹੀਂ ਹੋ ਸਕਦੇ, ਉਹਨਾਂ ਨੂੰ ਇਗਨੋਰ ਕਰਦੇ। ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਅਕੀਲ ਅਹਿਮਦ ਕੇ ਕੁਛ ਇਹੋ ਜਿਹਾ ਨਾਂ ਸੀ, ਉਹ ਚੀਫ ਜਸਟਿਸ ਬਣ ਸਕਦੇ ਸੀ ਜੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਲਈ ਪ੍ਰਮੋਟ ਕਰ ਦਿੱਤਾ ਹੈ, ਲੇਕਿਨ ਨਹੀਂ ਕੀਤਾ। ਕਾਰਨ ਕੀ ਸੀ? ਕਾਰਨ ਕਹਿੰਦੇ ਜਦੋਂ ਉਹ ਗੁਜਰਾਤ ਹਾਈ ਕੋਰਟ ਦੇ ਜੱਜ ਸੀ ਜੀ, ਉਹਨਾਂ ਨੇ ਕਹਿੰਦੇ ਵੀ ਅਮਿਤ ਸ਼ਾਹ ਦੇ ਖਿਲਾਫ ਕਾਰਵਾਈ ਕੀਤੀ ਸੀ। ਜਦੋਂ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਤੇ ਫਿਰ ਸਿਸਟਮ ਨੂੰ ਖੜੋਤਾਂ ਲੱਗਦੀਆਂ। ਬਿਲਕੁਲ ਰਮਨਾ ਸਾਹਿਬ ਨੇ ਜੋ ਗੱਲਾਂ ਕਹੀਆਂ ਠੀਕ ਕਹੀਆਂ। ਔਰ ਜਿਵੇਂ ਫਿਰ ਅਸੀਂ ਕਹੀਏ ਜਿਹੜਾ
ਸਟੇਟ ਦਾ ਚੌਥਾ ਪਾਵਾ ਹੈ ਜਿਹਨੂੰ ਅਸੀਂ ਮੀਡੀਆ ਕਹਿ ਦਿੰਦੇ, ਤੇ ਮੀਡੀਆ ਦੀ ਹਾਲਤ ਆਪਾਂ ਦੇਖ ਹੀ ਰਹੇ ਹਾਂ ਕਿ ਬਿਲਕੁਲ ਪਤਾ ਹੀ ਹੈ ਜੀ ਕਿ ਮੀਡੀਆ ਜੇ ਕੋਈ ਕਰਦਾ ਉਹਨੂੰ ਮਚਾ ਦਿੰਦੇ, ਅੱਗ ਲਾ ਦਿੰਦੇ, ਉਹਨੂੰ ਮਚਾ ਦਿੰਦਾ। 14 ਸਾਡੇ ਮੀਡੀਆ ਦੀ ਹਾਲਤ ਅੱਜ ਇਹ ਹੈ ਕਿ ਕਿਸਾਨਾਂ ਦੇ ਦਬਾਅ ਦੇ ਚੱਲਦਿਆਂ ਆ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਪੈ ਗਿਆ ਪ੍ਰਧਾਨ ਮੰਤਰੀ ਨੂੰ ਜੀ। ਉਹਦੇ ਵਿੱਚ ਵੀ ਇਹ ਬਹਿਸਾਂ ਕਰਵਾ ਰਹੇ ਕਿ ਜੀ ਇਹ ਤਾਂ ਗੱਲ ਠੀਕ ਹੋ ਰਹੀ ਹੈ ਜੀ, ਇਹ ਜਿਹੜਾ ਇਹ ਤਾਂ ਕਾਨੂੰਨ ਬਹੁਤ ਵਧੀਆ ਸੀ, ਇਹ ਤੁਸੀਂ ਸਰੈਂਡਰ ਕਿਉਂ ਕਰਤਾ ਇਹਨਾਂ ਦੇ ਸਾਹਮਣੇ। ਔਰ ਮੀਡੀਆ ਦੇ ਵਿੱਚ ਜਿਸ ਕਿਸਮ ਦੀਆਂ ਖਬਰਾਂ ਆ ਰਹੀਆਂ ਉਹ ਖਬਰਾਂ ਵੀ ਸਾਡੇ ਲੋਕਤੰਤਰ ਵਾਸਤੇ ਠੀਕ ਨਹੀਂ। ਵੈਸੇ ਜੀ ਲੋਕਤੰਤਰ ਦੇ ਵਿੱਚ ਲੋਕ ਪ੍ਰਮੁੱਖ ਹੁੰਦੇ ਆ, ਜੋ ਰਮਨਾ ਸਾਹਿਬ ਨੇ ਕਿਹਾ ਗੱਲ ਠੀਕ ਹੈ, ਪਰ ਜੇ ਰਮਨਾ ਸਾਹਿਬ ਤੋਂ ਬਾਅਦ ਜਿਹੜੇ ਇਹਨਾਂ ਦੇ ਸੁਕਸੈਸਰ ਆਉਂਦੇ ਆ ਜੀ ਉਹ ਵੀ ਇਸੇ ਲਾਈਨ ਤੇ ਚੱਲਣ ਤਾਂ ਮੇਰੇ ਖਿਆਲ ਮੁਤਾਬਕ ਇਸ ਦੇਸ਼ ਨੂੰ ਹੋਰ ਨਿਗਰਨ ਤੋਂ ਬਚਾਇਆ ਜਾ ਸਕਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਇਹ ਤਾਂ ਗੱਲ ਲੋਕਾਂ ਨੂੰ ਨਿਗਰਨ ਤੋਂ ਬਚਾਇਆ ਜਾ ਸਕਦਾ। ਉੱਧਰ ਜਿਵੇਂ ਆਪਾਂ ਲੋਕਾਂ ਦੀ ਗੱਲ ਕੀਤੀ ਹੈ, ਇੱਥੇ ਆਪਣੇ ਬਠਿੰਡੇ ਤੋਂ ਜਦੋਂ ਬਾਦਲ ਨੂੰ ਜਾਂਦੇ ਇੱਕ ਆਨੰਦਗੜ੍ਹ ਪਿੰਡ ਆਉਂਦਾ ਜੀ, ਉੱਥੇ ਫਿਰ ਲੋਕਾਂ ਨੇ ਉਹ ਕਦੇ ਪ੍ਰਿੰਸੀਪਲ ਦੀ ਬਦਲੀ ਕਰਤੀ, ਉਹਨਾਂ ਨੇ ਦੱਸਤਾ ਵੀ ਸਾਡੇ ਕੋਲ ਵੀ ਲੋਕਤੰਤਰ ਹੈਗਾ। ਬਿਲਕੁਲ। ਮੈਂ ਜਿਹੜਾ ਆਨੰਦਗੜ੍ਹ ਪਿੰਡ ਹੈ ਜੀ, ਬਠਿੰਡੇ ਤੋਂ ਬਾਦਲ ਨੂੰ ਜਾਂਦੇ ਹਾਂ, ਮੇਰੇ ਪਿੰਡ ਤੋਂ 2-2.5 ਕਿਲੋਮੀਟਰ ਦੀ ਹੈ ਜੀ। ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੇਰਾ ਖਿਆਲ ਹੈ ਜਦੋਂ ਦੂਜੀ ਵਾਰੀ ਚੀਫ ਮਿਨਿਸਟਰ ਬਣੇ 1978 ਦੇ ਵਿੱਚ, ਉਦੋਂ ਉਹਨਾਂ ਨੇ ਕੁਝ ਸਕੂਲ ਬਣਾਏ ਸੀ ਜਿਨ੍ਹਾਂ ਦਾ ਨਾਂ ਰੱਖਿਆ ਸੀ ਆਦਰਸ਼ ਸਕੂਲ। ਇਹ ਸਕੂਲ ਜਿਹੜੇ ਸੀਗੇ ਜੀ, ਇਹ ਸਕੂਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਬਣਾਏ ਗਏ ਸੀ ਜੀ। ਔਰ ਇਹਨਾਂ ਦਾ ਸਾਰਾ ਜਿਹੜਾ ਖਰਚਾ ਹੈ ਉਹ ਬੋਰਡ ਹੀ ਬਰਦਾਸ਼ਤ ਕਰਦਾ ਹੈ। ਅੱਜ ਵੀ ਬੋਰਡ ਹੀ ਬਰਦਾਸ਼ਤ ਕਰਦਾ। ਅੱਛਾ ਜੀ। ਜਿੰਨੀ ਮਤਲਬ ਬੋਰਡ ਦੇ ਕੋਲੇ ਕਮਾਈ ਕੀ ਹੈ? ਕਮਾਈ ਤਾਂ ਕੁਝ ਵੀ ਨਹੀਂ। ਬੋਰਡ ਦੇ ਕੋਲੇ ਕਮਾਈਆਂ ਸਿਰਫ ਫੀਸਾਂ ਦੀਆਂ ਆਉਂਦੀਆਂ। ਬੋਰਡ ਦਾ ਕੰਮ ਹੈ ਇਮਤਿਹਾਨ ਲੈਣੇ, ਉਹਨਾਂ ਨੇ ਪਰਚੇ ਪਾਉਣੇ, ਇਮਤਿਹਾਨ ਲੈਣੇ, ਰਿਜ਼ਲਟ ਤਿਆਰ ਕਰਨਾ ਔਰ ਪਾਰਦਰਸ਼ਤਾ ਨਾਲ ਕੰਮ ਕਰਨਾ, ਇਮਾਨਦਾਰੀ ਨਾਲ ਕੰਮ ਕਰਨਾ। ਇਹ ਜੁਮਾ ਉਹਨਾਂ ਦਾ ਪਾਇਆ ਹੋਇਆ ਜੀ। ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਜਿਹੜਾ ਹੈਗਾ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਐਜੂਕੇਸ਼ਨ ਡਿਪਾਰਟਮੈਂਟ ਕੋਲ ਹੈ। ਲੇਕਿਨ ਕਈ ਵਾਰੀ ਇਸ ਤਰ੍ਹਾਂ ਦੀਆਂ ਹੁੰਦੀਆਂ। ਹੁਣ ਬਹੁਤ ਸਾਰੇ ਸਾਡੇ ਸਕੂਲ ਇਹੋ ਜਿਹੇ ਬਣਾਏ ਹੋਏ, ਕੁਝ ਸਕੂਲ ਜਿਹੜੇ ਹੈਗੇ ਸੁਸਾਇਟੀਆਂ ਦੇ ਮਤਹਿਤ ਕਰਤੇ। ਮੇਰੇ ਪਿੰਡ ਦੇ ਵਿੱਚ ਇੱਕ ਸਕੂਲ ਹੋਰ ਬਣਿਆ ਹੋਇਆ ਜੀ, ਸਪੋਰਟਸ ਸਕੂਲ ਹੈਗਾ ਜੀ। ਬਾਵਾ ਕੁਛ ਬਣਿਆ ਉੱਥੇ ਸਪੋਰਟਸ ਸਕੂਲ ਬਣਿਆ ਹੋਇਆ। ਸਪੋਰਟ ਸਕੂਲ ਜਿਹੜਾ ਹੈਗਾ ਡਿਪਾਰਟਮੈਂਟ ਦੇ ਮਤਹਿਤ ਨਹੀਂ ਹੈ। ਉਹਦੇ ਵਿੱਚ ਜਿਹੜਾ ਹੈਗਾ ਪ੍ਰਿੰਸੀਪਲ ਟੀਚਰ ਜਿਹੜੇ ਹੈਗੇ ਉਹ ਐਜੂਕੇਸ਼ਨ ਬੋਰਡ ਦੇ ਰੈਪੂਟੇਸ਼ਨ ਤੇ, ਔਰ ਜਿਹੜਾ ਹੈਗਾ ਸਪੋਰਟਸ ਵਾਲੇ ਗੇਮਾਂ ਵਾਲੇ ਜਿਹੜੇ ਹੈਗਾ ਉਹ ਸਪੋਰਟਸ ਡਿਪਾਰਟਮੈਂਟ ਦੇ ਤਹਿਤ ਹੋ ਗਿਆ। ਔਰ ਉਹਨਾਂ ਦੀਆਂ ਤਨਖਾਹਾਂ ਦੇਣ ਵਾਸਤੇ ਇੱਕ ਸੁਸਾਇਟੀ ਬਣੀ ਵੀ ਹੈ। ਉਹਦੇ ਕੋਲੇ ਹੁਣ ਪੈਸੇ ਹੈ ਨਹੀਂ ਤੇ ਉਹ ਜਿਹੜਾ ਹੈਗਾ ਸੰਕਟ ਦੇ ਵਿੱਚ ਪਿਆ ਹੋਇਆ ਹੈ। ਡਿਪਟੀ ਕਮਿਸ਼ਨਰ ਜਿਹੜੇ ਹੈਗੇ ਉਹਦੇ ਚੇਅਰਪਰਸਨ, ਠੀਕ ਹੈ। ਇਹਦੇ ਬਾਵਜੂਦ ਲੋਕ ਜਿਹੜੇ ਹੈਗੇ ਜਲਸੇ ਜਲੂਸ ਮੁਜ਼ਾਹਰੇ ਕਰੀ ਜਾਂਦੇ ਕਿ ਜਿਹੜਾ ਕੰਮ ਜਿਸ ਕੰਮ ਲਈ ਜਿਹੜਾ ਮਹਿਕਮਾ ਬਣਿਆ ਉਹ ਕੰਮ ਉਹ ਤੋਂ ਕਰਵਾਓ, ਤੁਸੀਂ ਪੁੱਠੇ ਸਿੱਧੇ ਕੰਮ ਨਾ ਕਰਵਾਓ। ਇਹ ਹੁਣ ਉਹ ਜਿਹੜਾ ਇੱਕ ਸਪੋਰਟਸ ਆਪਣਾ ਜਿਹੜਾ ਇਹ ਐਜੂਕੇਸ਼ਨ ਬੋਰਡ ਦਾ ਹੈ, ਐਜੂਕੇਸ਼ਨ ਬੋਰਡ ਦੇ ਕੋਲੇ ਆਪਦੇ ਕੰਮ ਬਹੁਤ ਹੈ ਜੀ। ਐਜੂਕੇਸ਼ਨ ਬੋਰਡ ਨੇ ਸਿਲੇਬਸ ਵੀ ਤਿਆਰ ਕਰਨਾ ਕਿ ਸਿਲੇਬਸ ਕਿਹੋ ਜਿਹਾ ਹੋਵੇ। ਅੱਜ ਦਾਨੇਵਾਲੀਆ ਸਾਹਿਬ ਮੈਂ ਕਿਸੇ ਹੋਰ ਪਲੇਟਫਾਰਮ ਦੇ ਉੱਤੇ ਗੱਲ ਕਰ ਰਿਹਾ ਸੀ, ਇੱਕ ਬੰਦੇ ਨੇ ਸੁਝਾਅ ਦਿੱਤਾ, ਇੱਕ ਸੱਜਣ ਸੀ, ਸੇਖੋ ਸਾਹਿਬ ਉਹਨਾਂ ਦਾ ਨਾਮ ਸੀ। ਉਹਨੇ ਸੁਝਾਅ ਦਿੱਤਾ ਕਿ ਤੁਸੀਂ ਇਹ ਕਹੋ ਮੁੱਖ ਮੰਤਰੀ ਸਾਹਿਬ ਨੂੰ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ, ਕਿ ਜਿਹੜਾ ਆ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਕੋਰਸ ਦਾ ਇੱਕ ਚੈਪਟਰ ਬਣਾਓ। ਅੱਛਾ ਜੀ। ਸਾਡੇ ਬੱਚਿਆਂ ਨੂੰ ਪੜਾਉਣ ਤਾਂ ਕਿ ਕਿਉਂਕਿ ਪੰਜਾਬ ਦੀ 70-80% ਦੀ ਆਬਾਦੀ ਖੇਤੀਬਾੜੀ ਨਾਲ ਸੰਬੰਧਿਤ ਹੈ। ਪਤਾ ਲੱਗੇ ਵੀ ਉਹਨਾਂ ਨੂੰ ਪਤਾ ਲੱਗੇ ਕਿ ਆ ਜ਼ਮੀਨਾਂ ਜਾਇਦਾਦਾਂ ਕਿਵੇਂ ਤੇ ਇਹਨਾਂ ਨੂੰ ਬਚਾਉਣ ਵਾਸਤੇ ਕੀ ਕੁਛ ਕੀਤਾ ਗਿਆ ਸੀ। ਹੁਣ ਅਸਲ ਦੇ ਵਿੱਚ ਇਹ ਕੰਮ ਹੈ ਐਜੂਕੇਸ਼ਨ ਬੋਰਡ ਦਾ। ਐਜੂਕੇਸ਼ਨ ਬੋਰਡ ਨੂੰ ਕਹਿੰਦਾ ਵੀ ਤੁਸੀਂ ਆਹ ਸਕੂਲ ਚਲਾਓ। ਲਓ ਜੀ, ਹੁਣ ਸਕੂਲ ਚੱਲ ਪਿਆ। ਉਸ ਸਕੂਲ ਦੀ ਜਿਹੜੀ ਪ੍ਰਿੰਸੀਪਲ ਹੈ ਨਾ ਕੁੜੀ, ਉਹ ਬਹੁਤ ਮਿਹਨਤੀ ਹੈ। ਅੱਛਾ ਜੀ। ਜਦੋਂ ਉਹਨੇ ਸਕੂਲ ਦਾ ਚਾਰਜ ਸੰਭਾਲਿਆ ਹੈ, ਉਸ ਵੇਲੇ ਚਾਰਜ ਸੰਭਾਲਣ ਵੇਲੇ ਜਿੰਨੀ ਸਟਰੈਂਥ ਸੀ ਸਕੂਲ ਦੇ ਵਿੱਚ ਬੱਚਿਆਂ ਦੀ ਜੀ, ਇਸ ਵੇਲੇ ਸਟਰੈਂਥ ਉਹ ਤੋਂ ਕਿਤੇ ਵੱਧ ਹੈ। ਅੱਛਾ। ਕਿਉਂਕਿ ਪੂਰੀ ਮਿਹਨਤ ਦੇ ਨਾਲ ਉਹ ਕੰਮ ਕਰਵਾਉਂਦੀ ਹੈ। ਰਿਜ਼ਲਟ ਬੜੇ ਸ਼ਾਨਦਾਰ ਆਉਂਦੇ ਹੈ ਜੀ। ਔਰ ਮੇਰਾ ਆਪਣਾ ਜਾਤੀ ਤਜਰਬਾ ਹੈ ਕਿ ਲੋਕ ਮੇਰੇ ਕੋਲੇ ਵੀ ਸਿਫਾਰਿਸ਼ਾਂ ਵਾਸਤੇ ਆਉਂਦੇ ਕਿ ਜੀ ਸਾਡੇ ਬੱਚੇ ਨੂੰ ਇੱਥੇ ਦਾਖਲ ਕਰਵਾ ਦਿੱਤਾ ਜਾਵੇ ਜੀ। ਉੱਥੇ ਬੱਚੇ ਦਾਖਲ ਹੋਣ ਵਾਸਤੇ ਮਤਲਬ ਤਰਲੋ ਮੱਛੀ ਹੋ ਰਹੇ ਹੈ, ਮਾਪੇ ਤਰਲੇ ਮੱਛੀ ਹੋ ਰਹੇ ਹੈ, ਪਰ ਜਿੰਨੀ ਕੁ ਉਹਨਾਂ ਦੇ ਕੋਲੇ ਕੈਪੈਸਿਟੀ ਉਹਨਾਂ ਤੋਂ ਉਨੀ ਬੱਚੇ ਦਾਖਲ ਕਰਨ। ਬਿਲਕੁਲ ਜੀ। ਉਹ ਕਰਨ ਕੀ? ਹੁਣ ਉੱਥੇ ਹੋਇਆ ਇਹ ਜੀ ਵੀ ਪਿਛਲੇ ਦਿਨਾਂ ਦੇ ਵਿੱਚ ਉਹ ਲੜਕੀ ਦੀ ਜਿਹੜੀ ਹੈ ਪ੍ਰਿੰਸੀਪਲ, ਉਹਦੀ ਟਰਾਂਸਫਰ ਹੋ ਗਈ। ਵੈਸੇ ਟਰਾਂਸਫਰਾਂ ਹੋ ਜਾਣਗੀਆਂ ਨਾ ਬਈ, ਮੈਨੇਜਮੈਂਟ ਦਾ ਕੰਮ ਹੁੰਦਾ, ਟਰਾਂਸਫਰਾਂ ਹੋ ਜਾਂਦੀਆਂ। ਨੌਕਰੀ ਦਾ ਇੱਕ ਮਤਲਬ ਜਿਹੜੀ ਹੈਗੀ ਹੈ ਤੁਹਾਡਾ ਹਿੱਸਾ ਹੁੰਦਾ ਹੈ। ਬੰਦਾ ਕਦੇ ਇੱਥੇ ਹੈ ਕਦੇ ਇੱਥੇ, ਲੇਕਿਨ ਜਦੋਂ ਕਿਸੇ ਬੰਦੇ ਨੂੰ ਟਾਰਗੇਟ ਕੀਤਾ ਜਾਵੇ ਜੀ, ਸਜ਼ਾ ਦੇ ਤੌਰ ਦੇ ਉੱਤੇ ਉਹਦੀ ਟਰਾਂਸਫਰ ਕਰਵਾਈ ਜਾਵੇ, ਉਦੋਂ ਗੱਲ ਮਾੜੀ ਹੁੰਦੀ ਹੈ। ਹੁਣ ਇੱਥੇ ਹੋਇਆ ਕੀ ਜੀ,
ਇੱਥੇ ਹੋਇਆ ਹੈ ਕਿ ਰਾਜਸੀ ਆਧਾਰ ਦੇ ਉੱਤੇ ਇਹ ਟ੍ਰਾਂਸਫਰ ਕਰਵਾਈ ਗਈ ਹੈ। ਅੱਛਾ, ਉਹ ਤਾਂ ਫਿਰ ਆਪਣੇ ਹਟਦੇ ਨਹੀਂ ਕੁਝ ਲੋਕ ਜਿਹੜੇ ਸਾਡੇ ਪਿੰਡਾਂ ਵਾਲੇ ਲੋਕ ਹੈ ਨਾ, ਪਿੰਡਾਂ ਵਾਲੇ ਲੋਕ ਹੁੰਦੇ ਆ ਕਿ ਮੇਰੀ ਸਰਦਾਰੀ ਚੱਲੇ। ਉਹ ਬੜੀ ਮੁੱਛ ਦਾ ਸਵਾਲ ਬਣਾ ਲਿਆ। ਹਾਂ, ਮਤਲਬ ਮੈਨੂੰ ਦਾਨੇਲੀਆ ਸਾਹਿਬ ਮੇਰਾ ਤਜਰਬਾ ਹੈ। ਇਹ ਸਕੂਲ ਜਦੋਂ 78 ਦੇ ਵਿੱਚ ਬਣਿਆ ਸੀ, ਉਸ ਸਕੂਲ ਦੇ ਬਣਨ ਤੋਂ ਬਾਅਦ ਇੱਕ ਸਮਾਂ ਉਹ ਵੀ ਆਇਆ ਸੀ। ਹਾਲਾਂਕਿ ਬੜੇ ਧਾਰਮਿਕ ਪੁਰਸ਼ ਹੋਏ ਆ ਇਸ ਪਿੰਡ ਦੇ। ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਇਸੇ ਪਿੰਡ ਦੇ ਹੀ ਹੈ। ਜੀ ਜੀ। ਗੁਰਦੁਆਰਾ ਸਾਹਿਬ ਵੀ ਬਿਲਕੁਲ ਸਕੂਲ ਦੇ ਸਾਹਮਣੇ। ਉਸ ਵੇਲੇ ਸਕੂਲ ਦੇ ਵਿੱਚ ਕੁਝ ਅਧਿਆਪਕ ਇਹੋ ਜਿਹੇ ਸੀ ਜੀ, ਜਿਹੜੇ ਅਧਿਆਪਕ ਸਕੂਲ ਦੇ ਵਿੱਚ ਦਾਰੂ ਵੀ ਪੀਂਦੇ ਹੁੰਦੇ ਸੀ। ਉੱਥੇ ਮੀਟ ਮੁਰਗਾ ਵੀ ਬਣਦਾ ਹੁੰਦਾ ਸੀ ਜੀ। ਕਈ ਕਿਸਮ ਦੇ ਜਿਹੜੇ ਹੈਗੇ ਦੋਸ਼ ਲੱਗਦੇ ਹੁੰਦੇ ਸੀ। ਇੱਕ ਵਿਅਕਤੀ ਨੇ ਤਾਂ ਇੱਕ ਨਾਵਲ ਲਿਖਤਾ ਸੀ ਔਰ ਉਸ ਨਾਵਲ ਦੇ ਵਿੱਚ ਕਈ ਬੰਦਿਆਂ ਨੂੰ ਐਕਸਪੋਜ਼ ਕੀਤਾ ਗਿਆ ਸੀ। ਅੱਛਾ, ਉਹ ਸਾਰੇ ਕੁਆਸੇ ਦੇ ਉਲਟ ਜਿੰਨਾ ਉਦੋਂ ਗੰਦ ਪਿਆ ਹੋਇਆ ਸੀ, ਅੱਜ ਉਹ ਸਕੂਲ ਬੁਲੰਦੀਆਂ ਤੇ ਜਾ ਰਹੇ। ਲੇਕਿਨ ਕਹਿੰਦੇ ਜੀ ਰਾਜਨੀਤਿਕ ਦਖਲਅੰਦਾਜ਼ੀ ਦੇ ਨਾਲ ਉਸ ਕੁੜੀ ਦੀ ਬਦਲੀ ਕਰਤੀ। ਅੱਛਾ ਜੀ। ਜਦੋਂ ਉਸ ਕੁੜੀ ਦੀ ਬਦਲ ਗਈ, ਮੋਰ ਓਵਰ ਕੁੜੀ ਬਿੱਡੋ ਹੈ। 2 ਬੱਚਿਆਂ ਦੀ ਮਾਂ ਹੈ, ਬਿੱਡੋ ਆ, ਬਠਿੰਡੇ ਰਹਿੰਦੀ ਹੈ ਜੀ। ਅਪ ਡਾਊਨ ਕਰਦੀ ਹੈ, ਸਾਰਾ ਕੁਛ ਜਾਂਦੀ। ਉਹਦੀ ਬਦਲੀ ਕੀਤੀ। ਕਹਿੰਦੇ ਕਿਉਂ ਜੀ? ਕਹਿੰਦੇ ਜੀ ਇੱਕ ਘੜਮ ਚੌਧਰੀ ਹੈ। ਉਸ ਘੜਮ ਚੌਧਰੀ ਨੇ ਜੀ ਆਪਦਾ ਜਿਹੜੀ ਪੋਲੀਟੀਕਲ ਆਪਣੀ ਜਿਹੜੀ ਹੈ ਜਿਹੜੀ ਮਜਬੂਰੀ ਹੈ ਇਸ ਵੇਲੇ, ਇਲੈਕਸ਼ਨਾਂ ਆ ਗਈਆਂ ਜੀ। ਇਲੈਕਸ਼ਨਾਂ ਦੇ ਵਿੱਚ ਵੀ ਟਿਕਟਾਂ ਦੀ ਲੋੜ ਹੁੰਦੀ ਹੈ ਜੀ, ਬੰਦਿਆਂ ਦੀ ਲੋੜ ਹੁੰਦੀ ਹੈ ਔਰ ਉਹਦੇ ਵਾਸਤੇ ਬੰਦੇ ਦਿਖਾਉਣੇ ਪੈਂਦੇ, ਟਿਕਟਾਂ ਲੈਣ ਵਾਸਤੇ, ਫਿਰ ਵੋਟਾਂ ਲੈਣ ਵਾਸਤੇ। ਕਈ ਵਾਰੀ ਮਤਲਬ ਜਿਹੜੇ ਲੀਡਰ ਹੈ ਉਹਨਾਂ ਦੇ ਬਹਿਕਾਵੇ ਦੇ ਵਿੱਚ ਆ ਜਾਂਦੇ ਤੇ ਗਲਤ ਕੰਮ ਕਰ ਲੈਂਦੇ। ਹੁਣ ਦੇਖੋ, ਇੱਕ ਬੰਦੇ ਦੇ ਕਹਿਣ ਦੇ ਉੱਤੇ ਬਦਲੀ ਤਾਂ ਹੋ ਗਈ ਹੋ ਜੀ, ਲੇਕਿਨ ਤਪਾ ਕਿੰਨੇ ਬੰਦੇ ਦਿੱਤੇ। ਹੁਣ ਤੁਸੀਂ ਦੇਖੋ, ਆਸੇ ਪਾਸੇ ਦੇ 7-8 ਪਿੰਡਾਂ ਦੇ ਜੀ ਮੋਤਬਰ ਬੰਦੇ, ਪੰਚ, ਸਰਪੰਚ, ਕਿਸਾਨ ਯੂਨੀਅਨ ਦੇ ਲੀਡਰ ਜੀ, ਉਹਨਾਂ ਨੇ ਕਹਿੰਦਾ ਜੀ ਬਹੁਤ ਮਾੜੀ ਗੱਲ ਕੀਤੀ, ਕਿਉਂ ਇਸ ਲੜਕੀ ਦੀ ਬਦਲੀ ਕੀਤੀ ਹੈ। ਇੱਥੋਂ ਤੱਕ ਕਿ ਬੱਚਿਆਂ ਨੇ ਸਟ੍ਰਾਈਕ ਕਰਤੀ ਜੀ। 18 ਤਾਰੀਖ ਤੋਂ ਅੱਜ 22 ਹੈ, 18 ਤਾਰੀਖ ਤੋਂ ਸਕੂਲ ਬੰਦ ਹੈ ਜੀ। ਔਰ ਉੱਥੇ ਜਿਹੜਾ ਹੈਗਾ, ਕਿਉਂਕਿ ਵਿੱਚ ਦੀ ਛੁੱਟੀਆਂ ਆ ਗਈਆਂ ਸੀ ਜੀ, ਅੱਜ ਮੈਨੂੰ ਪਤਾ ਨਹੀਂ ਕੰਡੀਸ਼ਨ ਕੀ ਹੈ, ਕੱਲ ਸ਼ਾਮ ਤੱਕ ਉੱਥੇ ਧਰਨਾ ਲੱਗਿਆ ਹੋਇਆ ਸੀ। ਅੱਛਾ ਜੀ। ਸਕੂਲ ਦੇ ਮੂਹਰੇ ਧਰਨਾ ਲਾਉਂਦੇ, ਲੋਕ ਆ ਕੇ ਗੱਲ ਕਰਦੇ ਆ। ਸਰਦਾਰ ਪ੍ਰਗਟ ਸਿੰਘ ਬਹੁਤ ਵਧੀਆ ਬੰਦੇ ਆ ਔਰ ਬੜੀ ਮਿਹਨਤ ਕਰਦੇ ਆ ਜੀ। ਉਹ ਅਜਿਹੇ ਵਜ਼ੀਰ ਆ ਇਸ ਕੈਬਨਿਟ ਦੇ ਵਿੱਚ ਜਿਹੜੇ ਬਹੁਤ ਲੰਬਾ ਸਮਾਂ ਕੰਮ ਕਰਦੇ ਆ। ਉਹਨਾਂ ਦੇ ਕੋਲ 3 ਮਹਿਕਮੇ, ਐਜੂਕੇਸ਼ਨ ਵੀ ਹੈ, ਸਪੋਰਟਸ ਵੀ ਹੈ, NRI ਡਿਪਾਰਟਮੈਂਟ ਵੀ ਹੈ। ਉਹ ਕੱਲੀ ਗੱਲ ਦੇ ਉੱਤੇ ਨਿਗਾਹ ਰੱਖਦੇ ਆ ਜੀ। ਪਰ ਮੇਰੇ ਖਿਆਲ ਮੁਤਾਬਕ ਹੈ ਜੀ 18 ਤਾਰੀਖ ਤੋਂ ਸਕੂਲ ਬੰਦ ਹੈ। ਤੇ ਦੱਸੋ, ਇਹ ਇਨਫੋਰਮੇਸ਼ਨ ਸਰਦਾਰ ਪ੍ਰਗਟ ਸਿੰਘ ਕੋਲੇ ਪਹੁੰਚ ਗਈ ਹੋਣੀ, ਪਹੁੰਚਣੀ ਚਾਹੀਦੀ ਵੀ ਸੀ। ਔਰ ਜੇ ਨਹੀਂ ਪਹੁੰਚਦੀ ਤਾਂ ਇਹ ਪਲੇਟਫਾਰਮ ਤੋਂ ਮੈਂ ਸਰਦਾਰ ਪ੍ਰਗਟ ਸਿੰਘ ਹੋਰਾਂ ਨੂੰ ਬੇਨਤੀ ਕਰਦਾ ਕਿ ਰਾਜਨੀਤੀ ਆਪਦੀ ਥਾਂ ਦੇ ਉੱਤੇ, ਤੁਹਾਡਾ ਤੇ ਜਿਹੜਾ ਸਾਡਾ ਸਾਰਿਆਂ ਦਾ ਪ੍ਰਮੁੱਖ ਕੰਮ ਹੈ ਕਿ ਅਸੀਂ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਜੀ, ਉਹਨਾਂ ਦੇ ਭਵਿੱਖ ਬਾਰੇ ਸੋਚਣਾ। ਤੇ ਜੇ ਕੋਈ ਟੀਚਰ ਚੰਗਾ ਕੰਮ ਕਰਦਾ ਹੈ, ਉਹ ਚੰਗਾ ਕੰਮ ਕਰਨ ਵਾਲਾ ਟੀਚਰ ਉੱਥੇ ਰਹਿਣਾ ਚਾਹੀਦਾ। ਪ੍ਰਿੰਸੀਪਲ ਜਿਹੜਾ ਹੈਗਾ ਉਹਦੇ ਤੇ ਬਹੁਤ ਕੁਛ ਨਿਰਭਰ ਹੁੰਦਾ ਹੈ, ਕਿਉਂਕਿ ਮੇਨ ਪ੍ਰਬੰਧਕ ਉਹ ਹੁੰਦਾ ਹੈ। ਤੇ ਉਹ ਹੁਣ ਜੇ ਉਹ ਲੜਕੀ ਦੀ ਟ੍ਰਾਂਸਫਰ ਹੋਈ ਹੈ, ਇੰਨੇ ਪਿੰਡਾਂ ਦੇ ਲੋਕ ਐਵੇਂ ਨਹੀਂ ਬਹਿਦੇ। ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਉੱਥੇ ਜ਼ਿਆਦਤੀ ਹੋਈ ਹੈ, ਧੱਕਾ ਹੋਇਆ ਹੈ। ਇਧਰ ਸਰਦਾਰ ਪ੍ਰਗਟ ਸਿੰਘ ਧਿਆਨ ਦੇਣ ਔਰ ਜਿਹੜੀ ਕੋਈ ਹੈਗੀ ਹੈ ਇਹ ਸਮੱਸਿਆ ਦਾ ਹੱਲ ਕਰਨ, ਤਾਂ ਕਿ ਬੱਚਿਆਂ ਦੀ ਪੜ੍ਹਾਈ ਚੱਲੇ। ਪੇਪਰ ਤਾਂ ਆ ਗਏ ਜੀ, ਪਹਿਲਾਂ ਹੀ 2 ਸਾਲਾਂ ਦਾ ਨੁਕਸਾਨ। ਹਾਂਜੀ। ਤੇ ਚਲੋ ਸਾਹਿਬ, ਆਪਾਂ ਗੱਲ ਕਰੀਏ। ਮੈਂ ਹੁਣ ਖਬਰ ਪੜ੍ਹ ਰਿਹਾ ਸੀਗਾ ਵੀ ਮੇਰੇ ਕੋਲ ਜੋ ਆਈ ਆ ਇਹਦੇ ਉੱਤੇ, ਜਿਵੇਂ ਨੋਟਿਸ ਜਾਰੀ ਹੋਇਆ ਸੀਗਾ ਰਾਜਾ ਵੜਿੰਗ ਨੂੰ ਜੀ, ਤੇ ਔਰਬਿਟ ਬੱਸ ਨੇ ਅਦਾਲਤ 'ਚ ਪਟੀਸ਼ਨ ਪਾਈ ਤੇ ਕਿਹਾ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਤੇ ਨਿਯਮਾਂ ਅਨੁਸਾਰ ਟੈਕਸ ਭਰੇ ਜਾਣ ਦੇ ਬਾਵਜੂਦ ਵੀ ਕਹਿੰਦੇ ਸਾਡੇ ਖਿਲਾਫ ਕਾਰਵਾਈ ਕੀਤੀ ਹੈ ਤੇ ਉਹਨਾਂ ਦੀਆਂ ਬੱਸਾਂ ਜਿਹੜੇ ਟਰਾਂਸਪੋਰਟ ਮੰਤਰੀ ਤੇ ਹੁਕਮਾਂ ਤੇ ਜ਼ਬਤ ਕੀਤੀਆਂ ਗਈਆਂ ਨੇ। ਰਾਜਾ ਵੜਿੰਗ ਨੂੰ ਹਾਈ ਕੋਰਟ ਤੋਂ ਨੋਟਿਸ ਹੋਇਆ ਤੇ ਦੀਪ ਬੱਸ ਸਰਵਿਸ ਵਾਲਿਆਂ ਨੇ ਵੀ ਹਾਈ ਕੋਰਟ ਨੇ ਸੁਣਵਾਈ ਕੀਤੀ ਸੀ ਤੇ ਨਿੱਜੀ ਉਹਨੂੰ ਵੀ ਆਪਰੇਟਰ ਨੂੰ ਰਾਹਤ ਦਿੱਤੀ ਸੀ। ਤੇ ਹੁਣ ਕਹਿੰਦੇ ਜੀ ਰੋਕ ਲਾਉਂਦੇ ਹੋਏ ਕਿਹਾ ਕਿ ਨਾ ਕੇਵਲ ਜ਼ਬਤ ਬੱਸਾਂ ਨੂੰ 1 ਘੰਟੇ ਦੇ ਅੰਦਰ ਛੱਡਿਆ ਜਾਵੇ, ਸਗੋਂ ਰੱਦ ਕੀਤੇ ਪਰਮਿਟ ਵੀ ਬਹਾਲ ਕੀਤੇ ਜਾਣ। ਦੇਖੋ ਦਾਨੇਵਾਲੀਆ ਸਾਹਿਬ, ਗੱਲ ਇਹ ਹੈ ਕਿ ਜਿਹੜਾ ਕੁਛ ਹੋਇਆ ਸੀ, ਜਿਹੜੇ ਰੱਦ ਕੀਤੇ ਆ ਪਰਮਿਟ 2 ਕਿਸਮ ਦੇ। ਹਾਂ। ਇੱਕ ਪਰਮਿਟ ਤਾਂ ਉਹ ਹੈ ਜਿਹੜੇ ਪਰਮਿਟ ਐਕਸਟੈਂਡਡ ਪਰਮਿਟਾਂ ਨੂੰ ਰੱਦ ਕਰਨ ਦਾ ਹੁਕਮ ਪੰਜਾਬ ਹਰਿਆਣਾ ਹਾਈ ਕੋਰਟ ਦਾ ਸੀ। ਇਹ ਮੇਰੇ ਖਿਆਲ 2011-12 ਸੀ। ਇਸ ਜਿਹੜਾ ਹੈਗਾ ਹੁਕਮ ਨੂੰ ਨਾ ਤਾਂ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਚੁਣੌਤੀ ਦਿੱਤੀ ਸੀ ਤੇ ਨਾ ਹੀ ਪੰਜਾਬ ਸਰਕਾਰ ਨੇ ਚੁਣੌਤੀ ਦਿੱਤੀ ਸੀ। ਉਦੋਂ ਬਾਦਲ ਸਰਕਾਰ ਹੁੰਦੀ ਸੀ ਜੀ। ਮਿੰਨੀ ਬੱਸਾਂ ਵਾਲਿਆਂ ਦੀਆਂ ਕੁਝ ਪ੍ਰੋਬਲਮ ਸੀ। ਮਿੰਨੀ ਬੱਸ ਵਾਲੇ ਸੁਪਰੀਮ ਕੋਰਟ ਚਲੇ ਗਏ ਜੀ ਆਪਣੇ ਦੁੱਖ ਦਰਦ ਲੈ ਕੇ। ਸੁਪਰੀਮ ਕੋਰਟ ਜਦੋਂ ਸੁਣਵਾਈ ਵਾਸਤੇ ਕੇਸ ਲੱਗਿਆ ਤੇ ਇਹ ਵੀ ਉਸੇ ਜੱਜ ਸਾਹਿਬ ਦੇ ਲੱਗ ਗਿਆ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਵੇਲੇ ਦੇ ਜੱਜ ਹੁੰਦੇ ਸੀ,
ਜਸਟਿਸ ਸੂਰਿਆਕਾਂਤ, ਉਹਨਾਂ ਨੇ 2018 ਚ ਕਹਿਤਾ ਵੀ ਭਾਈ ਆ ਕਿਉਂ, ਇਹ ਤਾਂ ਮੇਰਾ ਫੈਸਲਾ ਕੀਤਾ ਹੋਇਆ ਸੀ, ਇਹ ਫੈਸਲਾ ਲਾਗੂ ਕਿਉਂ ਨਹੀਂ ਹੋਇਆ, ਤੇ ਉਹਨਾਂ ਨੇ ਫੈਸਲਾ ਲਾਗੂ ਕਰਨ ਦਾ ਹੁਕਮ ਜਾਰੀ ਕਰਤਾ ਜੀ। ਇਹ ਫਿਰ ਫੈਸਲੇ ਨੂੰ ਲਾਗੂ ਸਰਕਾਰਾਂ ਨੇ ਨਹੀਂ ਕੀਤਾ। ਰਾਜਾ ਵੜਿੰਗ ਉਤਸ਼ਾਹੀ ਹੈ ਤੇ ਉਹਨੇ ਆ ਕੇ ਉਸ ਫੈਸਲੇ ਨੂੰ ਲਾਗੂ ਕਰਨ ਦਾ ਬੀੜਾ ਚੁੱਕ ਲਿਆ। ਉਹਨੇ ਕਿਹਾ ਜੀ ਇਹਨੂੰ ਲਾਗੂ ਕਰੋ, ਲਾਗੂ ਹੋਇਆ। ਇਹ ਉਹਦੇ ਸੰਬੰਧ ਵਿੱਚ ਆਇਆ ਫੈਸਲਾ ਜਾਂ ਕਿਹੜੇ ਚ ਹੈ ਇਹ ਮੈਨੂੰ ਨਹੀਂ ਜਾਣਕਾਰੀ, ਆਪਾਂ ਕਿਉਂਕਿ ਕੱਲ ਨੂੰ ਪਤਾ ਲੱਗੂਗਾ ਕਮਲ। ਹਾਂਜੀ। ਲੇਕਿਨ ਕੁਝ ਇੱਕ ਥਾਵਾਂ ਦੇ ਉੱਤੇ ਕਹਿੰਦੇ ਜੀ ਇਹ ਇਲਜ਼ਾਮ ਵੀ ਲਾਏ ਆ ਜੀ ਅਸੀਂ ਟੈਕਸ ਭਰ ਨਹੀਂ ਸਕੇ ਸੀ, ਔਰ ਟੈਕਸ ਨਾ ਭਰਨ ਦਾ ਨਤੀਜਾ ਸਾਨੂੰ ਇਹ ਹੋਇਆ ਸੀਗਾ ਜੀ, ਉਹਦਾ ਕਾਰਨ ਇਹ ਸੀਗਾ ਵੀ ਕਿਉਂਕਿ ਕਰੋਨਾ ਆ ਗਿਆ ਜੀ, ਪਹਿਲੀ ਲਹਿਰ ਆ ਗਈ ਤੇ ਦੂਜੀ ਲਹਿਰ ਆ ਗਈ, ਤੇ ਕੁਝ ਸਾਨੂੰ ਕੰਸੈਸ਼ਨ ਵੀ ਦਿੱਤਾ ਸੀ ਪੰਜਾਬ ਸਰਕਾਰ ਨੇ, ਦੁਬਾਰਾ ਕੰਸੈਸ਼ਨ ਦਿੱਤਾ ਕੋਈ ਨਹੀਂ, ਕਹਿੰਦੇ ਜੀ ਸਾਡੇ ਟੈਕਸ ਟੁੱਟ ਗਏ ਸੀ ਜੀ। ਉਹ ਕਹਿੰਦੇ ਜੀ ਉਦੋਂ ਸਾਡੇ ਤੇ ਪਾਬੰਦੀ ਲਾਤੀ ਸੀ ਕਿ ਤੁਸੀਂ 50% ਸਵਾਰੀਆਂ ਚੱਕੋਗੇ ਤੇ ਸਾਨੂੰ ਤਾਂ ਜੀ 50% ਚੱਕਣੀਆਂ ਪਈਆਂ। ਕੰਡੀਸ਼ਨ ਜ਼ਰੂਰ ਲਾਈ ਸੀ, ਸਰਕਾਰ ਨੇ ਮੰਨਿਆ ਸੀ, ਪਰ ਦਾਨੇ ਵਾਲੀਆ ਸਾਹਿਬ ਸਰਕਾਰ ਨੇ ਜਿਹੜੀਆਂ ਕੰਡੀਸ਼ਨਾਂ ਲਾਈਆਂ ਸੀ ਕਿੰਨੀ ਕੁ ਪੂਰਤੀ ਹੋਈ ਹੈ? ਸਰਕਾਰ ਨੇ ਤਾਂ ਕਿਹਾ ਸੀ ਸ਼ਰਾਬ ਦੇ ਠੇਕੇ ਬੰਦ ਹੋ ਗਏ, ਕੀ ਸ਼ਰਾਬ ਵਿਕੀ ਨਹੀਂ? ਨਾ, ਪੂਰੀ ਵਿਕੀ ਹੈ, ਉਦੋਂ ਵੱਧ ਵਿਕ ਗਈ, ਸਗੋਂ ਜਾਇਜ਼ ਨਾਲੋਂ ਨਜਾਇਜ਼ ਵਿਕਦੀ ਰਹੀ ਹੈ ਤੇ ਬੰਦੇ ਵੀ ਮਰਦੇ ਰਹੇ। ਇਹ ਗੱਲ ਵੀ ਜਿਹੜੀ ਹੈਗੀ ਹੈ ਸਭ ਦੇ ਸਾਹਮਣੇ। ਔਰ ਬੱਸਾਂ ਵੀ ਚੱਲਦੀਆਂ ਰਹੀਆਂ ਤੇ ਬੱਸਾਂ ਦੇ ਵਿੱਚ ਸਵਾਰੀਆਂ ਵੀ ਹੇਠੋਂ ਤੋਂ ਲੱਦੀਆਂ ਹੁੰਦੀਆਂ ਸੀ, ਕਿਸੇ ਨੇ ਰੋਕਿਆ ਨਹੀਂ ਸੀ, ਕਿਸੇ ਨੇ ਟੋਕਿਆ ਨਹੀਂ ਸੀ। ਸੋ ਇਹ ਬਹਾਨੇਬਾਜ਼ੀ, ਇਹਦੇ 'ਚ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਟੈਕਸ ਇਸ ਕਰਕੇ ਨਹੀਂ ਭਰੇਗੀ ਕਿ ਕਰੋਨਾ ਸੀ, ਟੈਕਸ ਵੀ ਸੀਗੀ। ਤੇ ਜਿਹੜੇ ਕਹਿੰਦੇ ਵੀ ਅਸੀਂ ਮਾਰੇ ਗਏ ਜੀ, ਸਾਡੇ ਕੋਲ ਟੈਕਸ ਨਹੀਂ, ਉਹਨਾਂ ਦੀਪ ਬੱਸ ਵਾਲਿਆਂ ਦੀ ਗੱਲ ਕਰ ਲਓ ਆਪਾਂ, ਸਾਡੀ ਕੋਈ ਦੁਸ਼ਮਣੀ ਨਹੀਂ। ਇੱਕ ਮਿਸਾਲ ਹੈ ਆਪਣੇ ਸਾਹਮਣੇ। ਇੱਕ ਵਾਰੀ ਰਾਜੇ ਵੜਿੰਗ ਦੇ ਖਿਲਾਫ ਕਿਸੇ ਟੇਲਰ ਮਾਸਟਰ ਨੇ ਕਹਿਤਾ ਜੀ ਮੈਨੂੰ ਰਾਜੇ ਵੜਿੰਗ ਨੇ, ਮੈਂ ਉਹਦੇ ਕੱਪੜੇ ਸੀਤੇ ਸੀ ਤੇ ਮੈਨੂੰ ਉਹਨੇ ਪੇਮੈਂਟ ਨਹੀਂ ਕੀਤੀ। ਪੇਮੈਂਟ ਰਹਿ ਸਕਦੀ ਹੈ, ਕੋਈ ਐਸੀ ਗੱਲ ਨਹੀਂ, ਤੁਹਾਡੀ ਮੇਰੀ ਵੀ ਰਹਿ ਸਕਦੀ ਹੈ। ਬਸ ਕੋਈ ਵੀ ਬੰਦਾ ਇਹੋ ਜਿਹਾ ਨਹੀਂ, ਕਿੰਨਾ ਵੀ ਅਮੀਰ ਹੋਵੇ, ਜਿਹਨੇ ਇਹ ਵੀ ਨਾਲ ਦੀ ਨਾਲ ਪੇਮੈਂਟ ਕਰ ਦਿੰਦਾ, ਉਹ ਅੱਗਾ ਪਿੱਛਾ ਹੋ ਜਾਂਦਾ ਹੈ। ਇਹ ਪਤਾ ਨਹੀਂ ਉਹਨਾਂ ਦੀ ਕੀ ਗੱਲ ਹੋਈ ਹੈ ਕੀ ਨਹੀਂ ਹੋਈ। ਪਰ ਇਸੇ ਟਰਾਂਸਪੋਰਟ ਨਾਲ ਸੰਬੰਧਿਤ ਇੱਕ ਸ਼ਖਸ ਚੰਡੀਗੜ੍ਹ ਪਹੁੰਚ ਗਿਆ ਸੀ ਜੀ, ਉਹਦੇ ਹੱਥ ਵਿੱਚ ਝੋਲਾ ਫੜਿਆ ਸੀ, ਵੀਡੀਓਗ੍ਰਾਫੀ ਉਹਦੀ ਹੋ ਰਹੀ ਸੀ, ਵੀਡੀਓ ਉਹਦੀ ਬਣ ਰਹੀ ਸੀ ਜੀ, ਵੀਡੀਓ ਸੋਸ਼ਲ ਮੀਡੀਆ ਤੇ ਚੱਲੀ ਵੀ ਹੈ ਤੇ ਉਹ ਕਹਿ ਰਿਹਾ ਸੀ ਚੰਡੀਗੜ੍ਹ 'ਚ ਵੀ ਜਿਹਨੇ ਰਾਜੇ ਵੜਿੰਗ ਤੋਂ ਪੈਸੇ ਲੈਣੇ ਹੈ, ਲਓ ਜੀ ਮੈਂ ਉਹਦੇ ਪੈਸੇ ਦਿੰਦਾ ਜੀ। ਮੈਂ ਵੀ ਉਸੇ ਕੰਸਟੀਚੂਸੀ 'ਚ ਆਉਣਾ, ਗਿੱਦੜਬਾਹਾ ਤੋਂ, ਜਿੱਥੋਂ ਨੂੰ ਰਿਪਰੈਜ਼ੈਂਟ ਰਾਜਾ ਵੜਿੰਗ ਕਰਦੇ ਤੇ ਸਾਡੇ ਹਲਕੇ ਦੀ ਬਦਨਾਮੀ ਹੁੰਦੀ। ਮੈਂ ਤਾਂ ਹਲਕੇ ਦੀ ਜਿਹੜੀ ਬਦਨਾਮੀ ਹੋਣੀ ਹੈ, ਬਦਨਾਮੀ ਨੂੰ ਧੋਣ ਵਾਸਤੇ ਆਪਦੇ ਕੋਲੋਂ ਪੈਸੇ ਦੇਣਾ। ਆਪਾਂ ਉਹ ਗੱਲ ਡਿਸਕਸ ਕੀਤੀ ਸੀ ਉਦੋਂ ਵੀ, ਇਨਕਮ ਟੈਕਸ ਕਿੱਥੇ ਹੈ, ਇਹ ਪੈਸੇ ਕਿੱਥੋਂ ਆਏ। ਹੁਣ ਮੰਨ ਲਓ ਜੇ ਕੋਈ ਬੰਦਾ ਰਾਜੇ ਵੜਿੰਗ ਦੇ ਪੈਸੇ ਦਿੰਦਾ ਸੀ ਤੇ ਆਪਦੇ ਤਾਂ ਟੈਕਸ ਭਰ ਹੀ ਸਕਦਾ ਸੀ ਬਿਲਕੁਲ। ਜੇ ਉਹਨੇ ਟੈਕਸ ਨਹੀਂ ਭਰੇ, ਇਹ ਬਹਾਨਾ ਨਾ ਆਵੇ ਵੀ ਇਹ ਤਾਂ ਜੀ ਆ ਨਹੀਂ। ਚਲੋ ਇਹ ਗੱਲ ਆਪਾਂ ਇੱਕ ਤੋਂ ਵੱਧ ਵਾਰ ਕਹੀ ਹੈ ਕਿ ਕਾਨੂੰਨ ਜਿਹੜਾ ਨਾ ਜੀ, ਇਹ ਮੋਮ ਦਾ ਨੱਕ ਹੈ। ਹਾਂ ਬਿਲਕੁਲ ਬਿਲਕੁਲ। ਕਾਨੂੰਨ ਨੂੰ ਤੁਸੀਂ ਆਪਣੇ ਮੁਤਾਬਕ ਇਸਤੇਮਾਲ ਕਰ ਸਕਦੇ ਹੋ। ਸ਼ਰਤਾਂ ਦੋ ਹੈ ਕਿ ਤੁਸੀਂ ਪਹੁੰਚ ਵਾਲੇ ਬੰਦੇ ਹੋ ਤੇ ਤੁਹਾਡੇ ਕੋਲੇ ਪੈਸਾ ਹੋਵੇ, ਤੁਹਾਡੇ ਕੋਲੇ ਵਕੀਲ ਵੱਡੇ ਕਰਨ ਵਾਲੀ ਗੱਲ ਹੋਵੇ, ਵੱਡੇ ਵਕੀਲ ਇੱਥੇ ਦਲੀਲਾਂ ਦੇਣ। ਔਰ ਸਾਡਾ ਜੁਡੀਸ਼ੀਅਲ ਸਿਸਟਮ ਹੈ, ਇੱਥੇ ਇਨਸਾਫ ਨਹੀਂ ਫੈਸਲੇ ਹੁੰਦੇ ਹੈ। ਤੇ ਫੈਸਲਿਆਂ ਵਾਸਤੇ ਕੀ ਚਾਹੀਦਾ? ਸਬੂਤ। ਮੈਲਾਫਾਈਡ ਡਿਟੈਂਸ਼ਨ ਸਾਬਤ ਕਰ ਦਿਓ। ਹੁਣ ਇਸ ਕੇਸ ਦੇ ਵਿੱਚ ਵੀ ਇਹ ਗੱਲ ਕਹੀ ਹੈ ਜੀ, ਰਾਜੇ ਵੜਿੰਗ ਦੇ ਨਾਲ ਸਾਡੀ ਸਿਆਸੀ ਵਿਰੋਧਤਾ ਹੈ ਕਿਉਂਕਿ ਅਸੀਂ ਉਹਨਾਂ ਦੇ ਖਿਲਾਫ ਇਲੈਕਸ਼ਨ ਲੜਦੇ। ਇਹ ਦੀਪ ਵਾਲਿਆਂ ਦਾ ਇਲਜ਼ਾਮ ਹੈ, ਇਹ ਗੱਲ ਗੁੱਝੀ ਵੀ ਨਹੀਂ ਹੈਗੀ, ਇਲੈਕਸ਼ਨ ਲੜੇ ਵੀ ਹੈ। ਪਰ ਇਸ ਗੱਲ ਤੋਂ ਵੀ ਅਸੀਂ ਮੁਨਕਰ ਨਹੀਂ ਨਾ ਹੋ ਸਕਦੇ ਕਿ ਜਿਹੜੀਆਂ ਐਕਸਟੈਂਡਡ ਰੂਟ ਹੈ ਜੀ, ਉਹ ਤਾਂ ਕਾਨੂੰਨ ਦੀ ਉਲੰਘਣਾ ਸੀ। ਹੁਣ ਇਹ ਚੀਜ਼ਾਂ ਆ ਗਈਆਂ ਦਾਨੇ ਵਾਲੀਆਂ ਸਭ। ਕਈ ਵਾਰੀ ਅਗਲਾ ਕਹਿੰਦੇ ਨਾ ਫਲਾਣੇ ਹਾਕਮ ਨੇ ਕੁਛ ਕੀਤਾ ਨਹੀਂ। ਅਦਾਲਤਾਂ ਦੇ ਵਿੱਚ ਜਾ ਕੇ ਬੰਦਿਆਂ ਨੂੰ ਬੜੀ ਰਾਹਤ ਮਿਲ ਜਾਂਦੀ ਹੈ ਜੀ। ਮੈਨੂੰ ਇਹ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜੀ ਕੋਟਕਪੂਰਾ ਤੇ ਵਹਿਬਲ ਕਲਾਂ ਦੇ ਵਿੱਚ ਜੋ ਕੁਛ ਹੋਇਆ ਹੈ, ਜਿਨ੍ਹਾਂ ਲੋਕਾਂ ਦੇ ਖਿਲਾਫ ਇਲਜ਼ਾਮ ਹੈ ਕਿ ਇਹਨਾਂ ਨੇ ਤਾਕਤ ਦੀ ਦੁਰਵਰਤੋਂ ਕੀਤੀ ਹੈ, ਬੰਦੇ ਮਾਰੇ ਕੀਤੀ ਹੈ, ਉਹਨਾਂ ਨੂੰ ਜੇ ਆਪਾਂ ਵੇਖੀਏ ਭਾਖਿਆ ਭਾਉ ਪਾਰ ਪੰਜਾਬ ਦੇ ਕਿਸੇ ਬੰਦੇ ਨਾਲ ਗੱਲ ਕਰਕੇ ਦੇਖ ਲਓ, ਹਰ ਇੱਕ ਬੰਦਾ ਕਹੂਗਾ ਜੀ ਆਹ ਬੰਦੇ ਦੋਸ਼ੀ ਸੀ ਜੀ। ਲੋਕ ਕਦੇ ਝੂਠ ਨਹੀਂ ਬੋਲਦੇ ਹੁੰਦੇ, ਲੇਕਿਨ ਸਬੂਤਾਂ ਦੇ ਆਧਾਰ ਤੇ ਕਹਿੰਦਾ ਆਹ ਦੇਖੋ ਜੀ ਇੱਥੋਂ ਆਹ ਰਿਲੀਫ ਮਿਲੀ ਸੀ, ਆ ਜੀ ਤੇ ਹਾਈ ਕੋਰਟ ਵੱਲੋਂ ਇੰਨੀ ਰਿਲੈਕਸੇਸ਼ਨ ਮਿਲ ਗਈ ਕਿ ਜਿੰਨੀ ਦੇਰ ਤੱਕ ਆ ਸਰਕਾਰ ਨਹੀਂ, ਵਿਧਾਨ ਸਭਾ ਦੀ ਟਰਮ ਪੂਰੀ ਨਹੀਂ ਹੁੰਦੀ, ਉਨੀ ਦੇਰ ਤੱਕ ਤੁਸੀਂ ਝਾਕਣਾ ਨਹੀਂ। ਸੋ ਇਹ ਅਦਾਲਤਾਂ ਜੀ ਆਪਣਾ ਪਾਰ ਹੈ। ਆਪਾਂ ਪਹਿਲਾਂ ਗੱਲ ਕਰਕੇ ਕਿ ਜੇ ਚੰਗੀ ਸੋਚ ਵਾਲੇ ਜੱਜ ਸਾਹਿਬ ਆ ਜਾਣ ਤਾਂ ਲੋਕਾਂ ਨਾਲ ਥੋੜ੍ਹਾ ਜਿਹਾ ਉਹਨਾਂ ਨੂੰ ਰਿਲੀਫ ਮਿਲ ਜਾਂਦੀ ਹੈ। ਤੇ ਜਦੋਂ ਮਤਲਬ ਤੁਸੀਂ ਲਿਆ ਕੇ ਪੇਸ਼ ਕਰ ਦਿਓ, ਜੱਜਾਂ ਦਾ ਵੀ ਕੋਈ ਕਸੂਰ ਨਹੀਂ, ਜੱਜ ਵੀ ਉਹ ਫਰੇਮਵਰਕ ਜਿਹੜਾ ਬਣਿਆ ਹੋਇਆ ਉਹਦੇ ਮੁਤਾਬਕ ਜੱਜ ਸਾਹਿਬਾਨ ਨੂੰ ਕਹਾ ਲਓ ਜੀ ਆਹ ਕਾਨੂੰਨ ਐਂ ਕਹਿੰਦਾ ਜੀ, ਇੱਥੇ ਆ ਕਰਦੇ। ਹੁਣ ਤਾਂ ਦਾਣੇ ਵਾਲੀਆ ਸਭ ਇਹ ਆ ਗਿਆ ਕਿ ਇੱਕ ਹਾਈ ਕੋਰਟ ਦੇ ਇੱਕ ਮੁੱਦੇ ਨੂੰ ਲੈ ਕੇ ਅਲੱਗ-ਅਲੱਗ ਫੈਸਲੇ ਆ ਜਾਂਦੇ ਜੀ। ਉਹ ਕਹਿੰਦੇ ਜੱਜ ਦਾ ਪ੍ਰਿਵਿਲੇਜ ਆ ਉਹਨਾਂ ਕੋਲੇ, ਪ੍ਰਿਵਿਲੇਜ ਉਹਨਾਂ ਦੇ ਕੋਲੇ। ਉਹ ਬੰਦਾ ਉਹਨੂੰ ਕਿਵੇਂ ਸੋਚਦਾ, ਤੁਸੀਂ ਅੱਧੇ ਗਲਾਸ ਨੂੰ
ਇੱਕ ਗਲਾਸ ਜੇ ਉਹ 50% ਆ, ਕੋਈ ਉਹਨੂੰ ਅੱਧਾ ਖਾਲੀ ਕਹੂਗਾ, ਕੋਈ ਅੱਧਾ ਭਰਿਆ ਕਹੂਗਾ। ਬਿਲਕੁਲ ਬਿਲਕੁਲ ਬਿਲਕੁਲ, ਉਹ ਤਾਂ ਉਹਦੇ ਮੁਤਾਬਕ ਹੈ। ਸੁਪਰੀਮ ਕੋਰਟ ਦੇ ਫੈਸਲੇ ਜਿਹੜੇ ਹੈਗੇ ਇੱਕ ਦੂਜੇ ਦੇ ਉਲਟ ਆ ਜਾਂਦੇ। ਹਾਂ ਹਾਂ ਹਾਂ, ਪਹਿਲਾਂ ਕੋਈ ਫੈਸਲਾ ਹੋਰ ਹੋਇਆ ਹੁੰਦਾ, ਵੱਡੇ ਬੈਂਚਾਂ ਦੇ ਫੈਸਲੇ ਹੋਰ ਆਏ ਹੁੰਦੇ ਆ। ਜੀ ਜੀ। ਛੋਟਾ ਬੈਂਚ ਆ ਕੇ ਫੈਸਲਾ ਹੋਰ ਹੁੰਦਾ ਬਦਲੇ ਹੋਏ ਸਰਕਮਸਟੈਂਸਸ ਦੇ ਵਿੱਚ। ਸੋ ਇਹ ਅਦਾਲਤਾਂ ਦੇ ਫੈਸਲੇ ਜੀ ਐਂ ਕਹਿਣਾ ਚੱਲਦਾ, ਅਸੀਂ ਅਦਾਲਤਾਂ ਦਾ ਸਤਿਕਾਰ ਕਰਦੇ ਹਾਂ, ਇੱਜ਼ਤ ਕਰਦੇ ਹਾਂ, ਉਹਨਾਂ ਦੇ ਫੈਸਲੇ ਮੰਨਣਯੋਗ ਹੈ। ਪਰ ਆਮ ਬੰਦੇ ਨੂੰ ਜੇ ਆਪਾਂ ਗੱਲ ਕਹਿ ਦਈਏ ਕਿ ਅਰਜੀ ਪਾ ਦੂਗਾ ਉਹਨੂੰ ਇਨਸਾਫ ਮਿਲ ਜੂ, ਉਹਨੂੰ ਨਹੀਂ ਮਿਲਦਾ, ਉਹਨੂੰ ਰਿਲੀਫ ਨਹੀਂ ਮਿਲਦੀ। ਰਿਲੀਫ ਜਿਹੜੀ ਹੈ ਉਹ ਹਮੇਸ਼ਾ ਉਹਨਾਂ ਨੂੰ ਮਿਲਦੀ ਹੈ ਜਿਹੜੇ ਰਿਲੀਫ ਲੈਣ ਦੇ ਸਮਰੱਥ ਹੁੰਦੇ ਆ, ਜਿਹਨਾਂ ਨੂੰ ਲੈਣੀ ਆਉਂਦੀ ਹੈ, ਸਮਰੱਥ ਹੋਣ ਜੀ, ਜਿਹਨਾਂ ਦੇ ਕੋਲੇ ਵੱਡੇ ਵਕੀਲ ਕਰਨ ਦਾ ਹੋਵੇ, ਜਿਹੜੇ ਜਾ ਕੇ ਉਹਨਾਂ ਦੀ ਪਲੀਡ ਕਰ ਸਕਣ ਠੀਕ ਤਰੀਕੇ ਨਾਲ। ਪਹਿਲਾ ਕੇਸ ਹੀ ਪਟਾਲਵੀ ਸਾਹਿਬ ਫਿਰ ਉੱਡ ਗਈ। ਹਾਂ, ਪਟਿਆਲਾ ਉਹਨਾਂ ਤੇ ਵੀ ਤਾਂ ਕੁਐਸਚਨ ਮਾਰਕ ਲੱਗਦਾ ਨਾ। ਬਿਲਕੁਲ ਬਿਲਕੁਲ ਬਿਲਕੁਲ, ਆਹੀ ਤਾਂ ਲੱਗਦਾ। ਹੁਣ ਇੱਥੇ ਕੰਪੇਅਰ ਕਰਨਗੇ, ਕੱਲ ਨੂੰ ਅਖਬਾਰਾਂ ਵਾਲੇ ਕੰਪੇਅਰ ਕਰਨਗੇ ਵੀ ਫਿਰ ਕੌਣ ਠੀਕ ਸੀ। ਪਟਵਾਲੀਆ ਸਾਹਿਬ, ਪਟਿਆਲਵੀ ਨਹੀਂ, ਪਟਵਾਲੀਆ। ਉਹ ਗੱਲ ਤਾਂ ਨੇੜੇ ਤੇੜੇ ਹੀ ਪਹੁੰਚ ਜਾਂਦੀ। ਹਾਂਜੀ ਹਾਂਜੀ ਹਾਂਜੀ, ਉਹ ਮੈਨੂੰ ਯਾਦ ਆ ਗਈ ਗੱਲ। ਵਾਹ, ਬਿਲਕੁਲ ਬਿਲਕੁਲ, ਕੱਲ ਅਪੀਅਰ ਵੀ ਹੋਈ ਸੀ ਪਟਵਾਲੀਆ ਸਾਹਿਬ। ਉਹ ਸਾਡੇ ਨਾਲ ਹੀ, ਅਸੀਂ ਹੋਰ ਉਦੋਂ ਪੜ੍ਹਦੇ ਹੁੰਦੇ ਜੀ, ਤੇ ਮਟੀਲੀ ਵਾਲਾ ਫਾਟਕ ਵੱਜਦਾ, ਤੇ ਉਦੋਂ ਪੁਲ ਨਹੀਂ ਸੀ ਬਣਿਆ ਹੁੰਦਾ। ਪੁਲ ਤਾਂ ਹੁਣ ਕੱਲ ਪਰਸੋਂ ਦੀਆਂ ਗੱਲਾਂ। ਤੇ ਅਸੀਂ ਉੱਥੇ ਨਾ ਥੋੜਾ ਜਿਹਾ ਥਾਂ ਖਾਲੀ ਤੇ ਹੇਠਾਂ ਡੂੰਘਾ ਜਿਹਾ ਸੀ, ਤੇ ਘਾਹ ਘੂ ਲਵਾ ਲਿਆ ਬਹਿਣ ਉੱਠਣ ਨੂੰ ਜੀ। ਖੇਡ ਖੂਡ ਕੇ ਦੁੱਧ ਪੀਣ ਆਉਂਦੇ ਸੀ ਉੱਥੇ ਸ਼ਾਮ ਨੂੰ। ਇੱਕ ਬਜ਼ੁਰਗ ਵਿਚਾਰਾ ਅੱਕਿਆ ਥੱਕਿਆ ਆ ਗਿਆ। ਉਹ ਕਹਿੰਦਾ, ਮੁੰਡਿਓ ਮੈਂ ਨਾ ਸਵੇਰ ਦਾ, ਉਦੋਂ ਫੋਨ ਫਾਨ ਵੀ ਨਹੀਂ ਹੁੰਦੇ ਸੀ ਜੀ, ਮੈਂ ਚੱਲਿਆ, ਮੇਰੀ ਨਹੁੰ ਇੱਥੇ ਦਾਖਲ ਹਸਪਤਾਲ। ਹਾਂਜੀ। ਤੇ ਨਹੁੰ ਮੇਰੀ ਦਾਖਲ ਹੈ। ਉਹਨਾਂ ਨੇ ਦੱਸਿਆ ਵੀ ਹਸਪਤਾਲ ਜਿਹੜਾ ਹੈਗਾ ਨਾ ਉਹ ਹੈਗਾ ਮਟੀਲੀ ਜੀ ਫਾਟਕ ਦੇ ਨਾਲ। ਹਾਂਜੀ। ਤੇ ਭਾਈ ਕੋਈ ਡਾਕਟਰ ਕਿਰਪਾਨ ਹੈ, ਉਹਦਾ ਹਸਪਤਾਲ ਹੈ। ਮੈਨੂੰ ਲੱਭ ਨਹੀਂ ਰਿਹਾ। ਮੈਂ ਕਿਹਾ ਬਾਬਾ ਜੀ ਉਹ ਡਾਕਟਰ ਕਿਰਪਾਨ ਨਹੀਂ, ਡਾਕਟਰ ਤਲਵਾਰ ਹੈ। ਉਹ ਕਹਿੰਦਾ ਮੱਲਾ ਉਹੀ, ਓਏ ਉਹੀ। ਮੈਂ ਕਿਹਾ ਜੀ ਉਹ ਆ ਸਾਹਮਣੇ। ਕਹਿੰਦਾ ਉਹ ਕੰਜਰ ਦੇ ਨੇ ਮੈਨੂੰ ਦੱਸਿਆ ਹੀ ਨਹੀਂ ਵੀ ਭਾਈ ਕੋਈ ਨਹੀਂ, ਜੇ ਮੈਂ ਕਿਰਪਾਨ ਕਹਦਾ ਤੂੰ ਤਲਵਾਰ ਕਹਦੇ, ਤੂੰ ਵੀ ਤਾਂ ਸਮਝ ਗਏ। ਉਹ ਗੱਲ ਮੇਰੇ ਨਾਲ ਹੋਈ ਹੈ ਜੀ, ਪਟਾਲਵੀ ਤੇ ਪਟਿਆਲਵੀ। ਨਹੀਂ, ਉਹ ਹੁੰਦਾ ਬੜਾ ਕੁਛ ਹੋ ਜਾਂਦਾ ਹੈ। ਜਦੋਂ ਪ੍ਰੌੜ ਸਿੱਖਿਆ ਹੁੰਦੀ ਸੀ ਨਾ, ਅੱਛਾ ਜੀ, ਵੱਡੀ ਉਮਰ ਦੇ ਬੰਦਿਆਂ ਨੂੰ ਪੜ੍ਹਾਉਂਦੇ ਹੁੰਦੇ ਸੀ, ਤੇ ਉਦੋਂ ਆਪਣੇ ਭੁੱਚੋ ਵਾਲੇ ਪਾਸੇ ਕੋਈ ਪਿੰਡ ਸੀ, ਹੁਣ ਪਿੰਡ ਦਾ ਨਾਂ ਕਾਹਨੂੰ ਲੈਣਾ ਆਪਾਂ ਜੀ। ਉਹ ਮਤਲਬ ਕਾਇਦੇ ਹੁੰਦੇ ਤੇ ਕਾਇਦਿਆਂ ਤੇ ਪੜ੍ਹਾਉਂਦੇ ਹੁੰਦੇ, ਜਿਵੇਂ ਮਤਲਬ ਹੁੰਦਾ ਵੀ ਊੜਾ ਉੱਠ, ਆੜਾ ਔਰਤ, ਈੜੀ ਇਸਤਰੀ। ਹਾਂ, ਉਹ ਜਿਹੜੇ ਤਿੰਨ ਆ ਗਏ ਤੇ ਉਹ ਕੋਈ ਸੀ, ਉਹ ਕਹਿੰਦਾ ਵੀ ਊੜਾ ਉੱਠ, ਕਹਿੰਦਾ ਨਹੀਂ ਊੜਾ ਬੋਤਾ। ਉਹ ਆਦਾ ਨਹੀਂ ਊੜਾ ਉੱਠ ਕੇ, ਉਹ ਕਹਿੰਦਾ ਜਦੋਂ ਸਾਹਮਣੇ ਬੋਤਾ ਮੈਂ ਕੀ ਕਰਾਂ। ਹਾਂ, ਉਹਨੇ ਕਿਹਾ ਚੱਲ ਕਹਿੰਦੇ ਚੱਲ ਠੀਕ ਆ, ਆੜਾ ਔਰਤ, ਉਹਦਾ ਆੜਾ ਬੁੜੀ। ਹਾਂ, ਉਹਦਾ ਬੁੜੀ ਨਹੀਂ ਔਰਤ ਕਹੇ, ਉਹ ਕਹਿੰਦਾ ਔਰਤ ਹੈ ਹੀ ਨਹੀਂ, ਜੋ ਬੈਠੀ ਤਾਂ ਬੁੜੀ ਹੈ। ਹਾਂ, ਤੀਜੀ ਗੱਲ ਆ ਗਈ, ਮੇਰੇ ਵਰਗੇ ਨੂੰ ਪੁੱਛ ਲਿਆ ਵੀ ਆੜਾ ਇਸਤਰੀ, ਉਹਦਾ ਨਹੀਂ ਜਨਾਨੀ। ਈੜੀ ਇਸਤਰੀ, ਉਹਦਾ ਈੜੀ ਇਸਤਰੀ ਨਹੀਂ, ਈੜੀ ਜਨਾਨੀ ਹੈ। ਉਹ ਕਈ ਵਾਰੀ ਹੈ ਨਾ ਜੀ, ਫਿਰ ਥੋੜਾ ਬਹੁਤਾ ਫਰਕ ਪੈ ਹੀ ਜਾਂਦਾ। ਜਦੋਂ 12 ਕੋਹ ਤੋਂ ਤਾਂ ਜਾ ਕੇ ਵੈਸੇ ਹੀ ਬੋਲੀ ਦਾ ਪੈ ਜਾਂਦਾ। ਹੁਣ ਉਹ ਜਦੋਂ ਆਪਾਂ ਵੇਖਦੇ ਹਾਂ ਵੀ ਚਿੱਤਰ ਤਾਂ ਆ ਕਹਿੰਦਾ, ਹੁਣ ਇੱਥੇ ਆਪਣੇ ਬੁੜੀ ਕਹਿ ਦਿੰਦੇ ਆ। ਆਪਣੇ ਦੇਖੋ, ਆਪਾਂ ਬੁੜੀ ਕਹਿੰਦੇ ਆ, ਤੇ ਪਾਕਿਸਤਾਨ 'ਚ ਬੁੱਢੀ ਘਰ ਵਾਲੀ ਨੂੰ ਕਹਿੰਦੇ ਆ, ਜਾਂ ਜਿਹੜੇ ਕਿ ਰਾਜ ਸਿੱਖ ਨੇ ਉਹ ਵੀ ਬੁੱਢੀ ਘਰ ਵਾਲੀ ਨੂੰ ਕਹਿੰਦੇ ਆ। ਆਪਾਂ ਜਿਹੜੀ ਹੈ ਤੀਵੀਂ ਘਰ ਵਾਲੀ ਨੂੰ ਕਹਿ ਦਿੰਦੇ ਆ, ਤੇ ਹੁਸ਼ਿਆਰਪੁਰ ਕਲੀ ਤੀਵੀਂ ਜਨਾਨੀ ਨੂੰ ਕਹਿੰਦੇ ਨੇ, ਵੀ ਕਈ ਫਲਾਨੇ ਦੀ ਜਨਾਨੀ। ਬਸ ਅੱਡੋ ਅੱਡ ਹੈ। ਆਪਣੇ ਪਤਨੀ ਨੂੰ ਘਰ ਵਾਲੀ ਕਹਿੰਦੇ ਆ, ਮਾਝੇ 'ਚ ਘਰ ਦੀ ਕਹਿੰਦੇ ਆ। ਹਾਂ, ਇਹ ਹੋ ਜਾਂਦਾ, ਫਰਕ ਪੈਂਦਾ ਜੀ। ਬਿਲਕੁਲ, ਰਾਜ ਸਿੱਖ ਬੁੱਢੜੀ ਕਹਿੰਦੇ। ਹਾਂਜੀ। ਸੋ ਸ਼ੁਕਰੀਆ ਜੀ ਤੁਹਾਡਾ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋਏ। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਹੈ ਜੀ। ਸੋ ਜੁੜੇ ਰਹੋ ਸਾਡੇ ਨਾਲ। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਮਿਲਦੇ।